ਮਾਨ ਸਾਹਿਬ ਜਿਹੜੀ ਹੁਣ ਪਾਰਲੀਮੈਂਟ ਚੱਲ ਰਹੀ ਹੈ ਜਿਸ 'ਚ ਅਫਜ਼ਲ ਗੁਰੂ ਨੇ ਬੰਬ ਸੁੱਟਿਆ ਸੀ ਉਹ ਆਜ਼ਾਦ ਭਾਰਤ ਦੀ ਇਲੈਕਟਡ ਬੋਡੀ ਨਾਲ ਚੁਣੀ ਗਈ ਪਾਰਲੀਮੈਂਟ ਸੀ ਜਿਹਦੇ 'ਚ ਤੁਸੀਂ ਵੀ ਪਹਿਲਾਂ 1999 'ਚ ਗਏ ਤੁਸੀਂ ਤਨਖਾਹ ਵੀ ਲੈਂਦੇ ਰਹੇ ਹੁਣ ਤੱਕ ਭੱਤੇ ਵੀ ਲੈਂਦੇ ਰਹੇ ਹੁਣ ਦੁਬਾਰਾ ਚੁਣ ਕੇ ਗਏ ਉਸ ਤੋਂ ਪਹਿਲਾਂ ਮੇਰੇ ਜਾਣ ਤੋਂ ਪਹਿਲਾਂ ਤੁਸੀਂ ਇਹ ਗੱਲ ਕਰ ਰਹੇ ਹੋ ਕਹਿੰਦੇ ਵੀ ਉਸ ਤੋਂ ਪਹਿਲਾਂ ਵੀ ਉਸ ਅਸੈਂਬਲੀ ਦੇ ਵਿੱਚ ਵੀ ਭਾਰਤੀ ਸੀਗੇ। ਮੇਰੇ ਘਰ ਦੇ ਉੱਤੇ ਕੋਈ ਕਬਜ਼ਾ ਕਰ ਲੇ ਮੇਰੇ ਘਰ ਦੇ ਉੱਤੇ ਕਬਜ਼ਾ ਕਰਕੇ ਮੇਰੇ ਧੀਆਂ ਪੁੱਤਾਂ ਨੂੰ ਬਾਹਰ ਕੱਢ ਦੇ ਤੇ ਕਬਜ਼ਾ ਕਰ ਲੇ ਤੇ ਮੈਂ ਜਦੋਂ ਉਸ ਘਰ ਨੂੰ ਛੁਡਾਉਣ ਵਾਸਤੇ ਜਾਵਾਂ ਕਿ ਮੈਨੂੰ ਸਿਮਰਜੀਤ ਸਿੰਘ ਮਾਨ ਅੱਤਵਾਦੀ ਕਹਿਣਗੇ। ਫਿਰ ਜੇ ਸਿਮਰਜੀਤ ਸਿੰਘ ਮਾਨ ਇਹ ਬਿਆਨ ਜਾਰੀ ਕਰਦੇ ਆ ਕਿ ਪਾਰਲੀਮੈਂਟ ਦੇ ਵਿੱਚ ਬੰਬ ਸੁੱਟਣ ਵਾਲਾ ਅੱਤਵਾਦੀ ਆ ਫਿਰ ਲੋਕਾਂ ਨੇ ਸਵਾਲ ਹੋਰ ਕਰਨਾ ਨਾ ਲੋਕਾਂ ਨੇ ਸਵਾਲ ਹੋਰ ਕਰਨਾ ਕਿ ਬਾਬਾ ਬਘੇਲ ਸਿੰਘ ਨੂੰ ਵੀ ਫਿਰ ਅੱਤਵਾਦੀ ਕੋ ਵੀ ਲਾਲ ਕਿਲੇ ਤੇ ਆ ਕੇ ਉਹਨਾਂ ਨੇ ਵੀ ਝੰਡਾ ਚੜਾਇਆ ਸੀ। ਮਾਨ ਸਾਹਿਬ ਤੁਸੀਂ ਮੰਨਤ ਵਾਲੀ ਗੱਲ ਕਰਨ ਲੱਗ ਗਏ ਕਿ ਗੁਰੂ ਤੇਗ ਬਹਾਦਰ ਨੂੰ ਹੁਣ ਮੰਦਿਰ 'ਚ ਹਰ ਮੰਦਿਰ ਦੇ ਵਿੱਚ ਵੜਨ ਦਿੱਤਾ ਜਾਊਗਾ ਕਿ ਨਹੀਂ ਦਿੱਤਾ ਜਾਊਗਾ ਵੀ ਤੁਸੀਂ ਤੈਅ ਕਰੋਗੇ। ਉਹ ਵੀ ਤਾਂ ਇੱਕ ਨਿਆਂ ਦੀ ਗੱਲ ਕਰ ਰਹੇ ਸੀ ਨਾ ਉਹ ਵੀ ਤਾਂ ਇੱਕ ਹੱਕ ਹੀ ਮੰਗ ਰਹੇ ਸੀ ਉਹਨਾਂ ਨੂੰ ਕਿਉਂ ਅੱਤਵਾਦੀ ਕਿਹਾ ਗਿਆ। ਭਗਤ ਸਿੰਘ ਨੂੰ ਕੌਣ ਅੱਤਵਾਦੀ ਕਹਿੰਦਾ ਸਰਕਾਰਾਂ ਕਹਿੰਦੀਆਂ ਤੇ ਸਿਮਰਜੀਤ ਸਿੰਘ ਮਾਨ ਫਿਰ ਕਿਹਦੀ ਬੋਲੀ ਬੋਲਦੇ। ਤੁਸੀਂ ਇਕੱਲੇ ਭਗਤ ਸਿੰਘ ਤੇ ਨਹੀਂ ਤੁਸੀਂ ਫਿਰ ਕਰਤਾਰ ਸਿੰਘ ਸਰਾਭੇ ਨੂੰ ਵੀ ਕਹੋਗੇ ਤੁਸੀਂ ਚੰਦਰ ਸ਼ੇਖਰ ਆਜ਼ਾਦ ਨੂੰ ਵੀ ਕਹੋਗੇ ਤੁਸੀਂ ਰਾਜਗੁਰੂ ਸੁਖਦੇਵ ਨੂੰ ਵੀ ਕਹੋਗੇ। ਸੰਤਾਂ ਦੀ ਗੱਲ ਕਰਦੇ ਸੰਤਾਂ ਦੀ ਸਪੀਚਾਂ ਕੱਢ ਕੇ ਦੇਖੋ ਸੰਤਾਂ ਨੇ ਕਿਹਾ ਇਸ ਦੇਸ਼ ਦੀ ਆਜ਼ਾਦੀ ਦੇ ਵਿੱਚ ਭਗਤ ਸਿੰਘ ਵਰਗਿਆਂ ਦਾ ਰੋਲ ਹੈ ਭਗਤ ਸਿੰਘ ਕਰਕੇ ਦੇਸ਼ ਨੂੰ ਆਜ਼ਾਦੀ ਮਿਲੀ ਹੈ। ਤੁਸੀਂ ਉਹ ਤਾਂ ਉਹਦੇ ਤੇ ਵੀ ਫਿਰ ਟਿੱਕਾ ਟਿੱਪਣੀ ਕਰ ਰਹੇ ਹੋ ਕਿ ਉਹ ਵੀ ਗਲਤ ਸੀਗੇ। ਇਹ ਜਿਹਨੂੰ ਚਾਹਣ ਗਦਾਰੀ ਦਾ ਸਰਟੀਫਿਕੇਟ ਦੇ ਸਕਦੇ ਆ ਜਿਹਨੂੰ ਚਾਹਣ ਸਿੱਖੀ ਦਾ ਸਰਟੀਫਿਕੇਟ ਦੇ ਸਕਦੇ ਆ ਜਿਹਨੂੰ ਚਾਹਣ ਸਿੱਖ ਨਹੀਂ ਉਹ ਗੈਰ ਸਿੱਖ ਆ। ਔਨ 에ਅਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਪ੍ਰਵਿੰਦਰ ਸਿੰਘ ਚੱਡਾ। ਤਾਂ ਪੰਜਾਬ ਦੇ ਮੌਜੂਦਾ ਮੁੱਦਿਆਂ ਤੇ ਗੱਲਬਾਤ ਕਰਨ ਦੇ ਲਈ ਤੁਹਾਡੇ ਤੱਕ ਲੈ ਕੇ ਹਾਜ਼ਰ ਹੋਏ ਹਾਂ ਅੱਜ। ਤਾਂ ਪੰਜਾਬ ਦੇ ਵਿੱਚ ਇਸ ਸਮੇਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਔਰ ਦੋ ਮੁੱਦੇ ਜਿਹੜੇ ਇਸ ਸਮੇਂ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਨੇ। ਇੱਕ ਮੁੱਦਾ ਜੇ ਗੱਲ ਕਰਾਂ ਸਿਮਰਜੀਤ ਸਿੰਘ ਮਾਨ ਵੱਲੋਂ ਇੱਕ ਬਿਆਨ ਦਿੱਤਾ ਜਾਂਦਾ ਹੈ ਕਿ ਭਗਤ ਸਿੰਘ ਅੱਤਵਾਦੀ ਸੀ ਔਰ ਉਸ ਤੋਂ ਬਾਅਦ ਉਹਨਾਂ ਦੇ ਬੇਟੇ ਇਮਾਨ ਸਿੰਘ ਮਾਨ ਵੱਲੋਂ SGPC ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸਿੱਖ ਅਜਾਇਬ ਘਰਾਂ ਦੇ ਵਿੱਚੋਂ ਭਗਤ ਸਿੰਘ ਦੀ ਫੋਟੋ ਉਤਾਰੀ ਜਾਵੇ। ਤੇ ਦੂਜਾ ਮੁੱਦਾ ਅੱਜ ਰੀਸੈਂਟਲੀ ਪੰਜਾਬ ਦੇ AG ਅਨਮੋਲ ਰਤਨ ਸਿੱਧੂ ਵੱਲੋਂ ਅਸਤੀਫਾ ਦੇ ਦਿੱਤਾ ਜਾਂਦਾ ਹੈ। ਹਾਲਾਂਕਿ ਅਨਮੋਲ ਰਤਨ ਸਿੱਧੂ ਵੱਲੋਂ ਕਿਹਾ ਜਾਂਦਾ ਹੈ ਕਿ ਮੈਂ ਆਪਣੇ ਨਿੱਜੀ ਕਾਰਨਾਂ ਕਰਕੇ ਅਸਤੀਫਾ ਦਿੱਤਾ ਹੈ ਪਰ ਇਹ ਅਸਤੀਫਾ ਕਿਸੇ ਦਬਾਅ ਦੇ ਵਿੱਚ ਦਿੱਤਾ ਗਿਆ ਹੈ ਜਾਂ ਵਾਕਈ ਨਿੱਜੀ ਕਾਰਨਾਂ ਕਰਕੇ ਦਿੱਤਾ ਗਿਆ ਹੈ। ਤੇ ਭਗਤ ਸਿੰਘ ਦੀ ਫੋਟੋ ਜਿਹੜੀ ਇਮਾਨ ਸਿੰਘ ਮਾਨ ਵੱਲੋਂ ਹੁਣ SGPC ਨੂੰ ਚਿੱਠੀ ਲਿਖੀ ਗਈ ਹੈ ਕਿ ਭਗਤ ਸਿੰਘ ਦੀ ਫੋਟੋ ਅਜਾਇਬ ਘਰਾਂ ਦੇ ਵਿੱਚੋਂ ਉਤਾਰੀ ਜਾਵੇ। ਇਹਨਾਂ ਸਾਰੇ ਮੁੱਦਿਆਂ ਉੱਤੇ ਗੱਲਬਾਤ ਕਰਾਂਗੇ ਕਿਉਂਕਿ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਵੀ ਭਗਤ ਸਿੰਘ ਨੂੰ ਰੋਲ ਮਾਡਲ ਮੰਨਦੀ ਸੀ ਤੇ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਸਾਰੀ ਸਰਕਾਰੀ ਦਫ਼ਤਰਾਂ ਦੇ ਵਿੱਚ ਭਗਤ ਸਿੰਘ ਦੀ ਤਸਵੀਰ ਲਗਵਾਈ। ਤਾਂ ਇਸ ਸਾਰੇ ਮੁੱਦੇ ਉੱਤੇ ਅੱਜ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਯਾਦਵਿੰਦਰ ਸਿੰਘ ਗੋਲਡੀ ਸਪੋਕਸਪਰਸਨ ਨੇ ਆਮ ਆਦਮੀ ਪਾਰਟੀ ਸਟੇਟ ਦੇ। ਤਾਂ ਗੱਲਬਾਤ ਕਰਾਂਗੇ। ਗੋਲਡੀ ਜੀ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਔਨ 에ਅਰ ਤੇ। ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। ਸਾਰੇ ਜਿੰਨੇ ਵੀ ਤੁਹਾਡੇ ਚੈਨਲ ਦੇ ਰਾਹੀਂ ਦੇਖ ਰਹੇ ਦਰਸ਼ਕ ਉਹਨਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੋਲਡੀ ਜੀ ਮੈਂ ਦੋ ਮੁੱਦਿਆਂ ਦੀ ਗੱਲ ਕੀਤੀ ਹੈ ਇਸ ਸਮੇਂ ਬਹੁਤ ਚਰਚਾ ਦੇ ਵਿੱਚ ਨੇ ਦੋਵੇਂ ਮੁੱਦੇ ਗਰਮਾਏ ਹੋਏ ਨੇ। ਆਮ ਆਦਮੀ ਪਾਰਟੀ ਸਿਮਰਜੀਤ ਮਾਨ ਨੂੰ ਕਹਿ ਰਹੀ ਹੈ ਔਰ ਸਿਮਰਜੀਤ ਮਾਨ ਆਮ ਆਦਮੀ ਪਾਰਟੀ ਦੇ ਉੱਤੇ ਤੰਜ ਕੱਸ ਰਹੇ ਨੇ ਔਰ ਸਿਮਰਜੀਤ ਮਾਨ ਨੇ ਕਿਹਾ ਕਿ ਭਗਤ ਸਿੰਘ ਅੱਤਵਾਦੀ ਸੀ ਔਰ ਉਸ ਤੋਂ ਬਾਅਦ ਹੁਣ ਉਹਨਾਂ ਦੇ ਬੇਟੇ ਵੱਲੋਂ ਵੀ ਜਿਹੜਾ SGPC ਨੂੰ ਚਿੱਠੀ ਲਿਖੀ ਗਈ ਹੈ ਕਿ ਜਿੰਨੇ ਵੀ ਸਿੱਖ ਅਜਾਇਬ ਘਰ ਨੇ ਉਹਨਾਂ ਦੇ ਵਿੱਚੋਂ ਤਸਵੀਰ ਭਗਤ ਸਿੰਘ ਦੀ ਹਟਾਈ ਜਾਵੇ। ਪਰ ਜਿਹੜਾ ਆਮ ਆਦਮੀ ਪਾਰਟੀ ਹਮੇਸ਼ਾ ਭਗਤ ਸਿੰਘ ਨੂੰ ਰੋਲ ਮਾਡਲ ਮੰਨਦੀ ਆਈ ਹੈ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਉਹਨਾਂ ਨੇ ਤਸਵੀਰਾਂ ਲਵਾਈਆਂ ਔਰ ਜਿਹੜੀ ਸਹੁੰ ਵੀ ਖਾਧੀ ਸੀ ਭਗਵੰਤ ਮਾਨ ਨੇ ਉਹ ਖਟਕੜ ਕਲਾ ਜਾ ਕੇ ਖਾਧੀ। ਹੁਣ ਆਮ ਆਦਮੀ ਪਾਰਟੀ ਦਾ ਕੀ ਸਟੈਂਡ ਹੈ ਇਸ ਮੁੱਦੇ ਦੇ ਉੱਤੇ? ਵੇਖੋ ਦੋ ਗੱਲਾਂ ਆ। ਇੱਕ ਤਾਂ ਗੱਲ ਸਭ ਤੋਂ ਪਹਿਲੀ ਤਾਂ ਇਹ ਹੈ ਕਿ ਜਿਹੜੀ ਤੁਸੀਂ ਕਹੀ ਕਿ ਆਮ ਆਦਮੀ ਪਾਰਟੀ ਨੇ ਇਹਦੇ ਤੇ ਕੋਈ ਸਟੈਂਡ ਲਿਆ। ਮੈਂ ਕਹਿੰਦਾ ਵੀ ਇਕੱਲੀ ਆਮ ਆਦਮੀ ਪਾਰਟੀ ਨਹੀਂ ਇਸ ਮੁਲਕ 'ਚ ਵਸਣ ਵਾਲੇ ਲੋਕ ਚਾਹੇ ਉਹ ਬਾਹਰਲੀ ਧਰਤੀ 'ਚ ਰਹਿੰਦੇ ਆ ਜਾਂ ਪੰਜਾਬ 'ਚ ਰਹਿੰਦੇ ਆ ਜਾਂ ਪੰਜਾਬ ਤੋਂ ਬਾਹਰ ਰਹਿੰਦੇ ਹੋਣ ਉਹਨਾਂ ਸਾਰਿਆਂ ਲਈ ਭਗਤ ਸਿੰਘ ਰੋਲ ਮਾਡਲ ਸੀਗਾ। ਤੁਸੀਂ ਕਿਸੇ ਵੀ ਜਦੋਂ ਜਾਂਦੇ ਹੋ ਤਾਂ ਭਗਤ ਸਿੰਘ ਦਾ ਜਦੋਂ ਨਾਮ ਆਉਂਦਾ ਤਾਂ ਸਭ ਦੇ ਸੀਸ ਝੁਕ ਜਾਂਦੇ ਆ ਅਦਬ ਤੇ ਸਤਿਕਾਰ ਕਰਦੇ ਆ।
ਤੇ ਉਹ ਸਤਿਕਾਰ ਦੇ ਉੱਤੇ ਉਹਨਾਂ ਨੇ ਠੇਸ ਪਹੁੰਚਾਈ ਹੈ। ਮੈਨੂੰ ਦੇਖੋ ਇੱਕ ਗੱਲ ਪਹਿਲਾਂ ਤਾਂ ਮੈਂ ਇਹਦੇ ਤੇ ਗੱਲ ਕਰਨਾ ਚਾਹੁੰਦਾ, ਇਹ ਬਹੁਤ ਵੱਡਾ ਮੁੱਦਾ ਆ। ਇਹ ਕੋਈ ਛੋਟਾ ਵੱਡਾ ਮੁੱਦਾ ਨਹੀਂ ਹੈ, ਇਹ ਕੋਈ ਬਿਆਨ ਨਹੀਂ ਹੈ ਕਿ ਸਿਮਰਜੀਤ ਸਿੰਘ ਮਾਨ ਨੇ ਸਿਰਫ ਇੱਕ ਬਿਆਨ ਦਿੱਤਾ ਤੇ ਇਹਨੂੰ ਬਿਆਨ ਤੱਕ ਸੀਮਤ ਨਾ ਰੱਖਿਆ ਜਾਵੇ। ਪਹਿਲੀ ਗੱਲ ਤਾਂ ਇਹ ਆ ਕਿ ਇਹ ਬਿਆਨ ਦਿੱਤਾ ਕਿਉਂ ਜਾਂਦਾ ਹੈ। 95 ਸਾਲ ਪਹਿਲਾਂ ਇੱਕ ਸ਼ਹੀਦ ਹੋਇਆ ਇਨਸਾਨ ਦੀ 95 ਸਾਲ ਬਾਅਦ ਗੱਲ ਕਿਉਂ ਕੀਤੀ ਜਾਂਦੀ ਹੈ, ਉਹਦੀ ਕਿਰਦਾਰਕੁਸ਼ੀ ਕਿਉਂ ਕਰਨ ਦੀ ਨੌਬਤ ਆ ਰਹੀ ਹੈ। ਅੱਜ ਕਿਉਂ ਉਹ ਬੰਦਾ ਗੱਲ ਕਰ ਰਿਹਾ ਹੈ ਜਿਹਦੇ ਤੋਂ ਉਮੀਦ ਹੀ ਨਹੀਂ ਕੀਤੀ ਜਾ ਸਕਦੀ ਸੀ। ਇਕੱਲੇ ਮੈਨੂੰ ਨਹੀਂ, ਸਿਮਰਜੀਤ ਸਿੰਘ ਮਾਨ ਨੂੰ ਚਾਹੁਣ ਵਾਲੇ, ਵੋਟ ਕਰਨ ਵਾਲੇ, ਸਪੋਰਟ ਕਰਨ ਵਾਲੇ ਹਰੇਕ ਦੇ ਮਨ ਦੇ ਵਿੱਚ ਆਇਆ ਕਿ ਅੱਜ ਸਿਮਰਜੀਤ ਸਿੰਘ ਮਾਨ ਨੇ ਬਿਆਨ ਕਿਉਂ ਦਿੱਤਾ ਆ, ਇਹਦੀ ਲੋੜ ਕੀ ਸੀ, ਇਹਦੇ ਨਾਲ ਭਲਾ ਕੀ ਹੋਣਾ ਹੈ, ਕੀ ਭਗਤ ਸਿੰਘ ਦੇ ਕਿਰਦਾਰਕੁਸ਼ੀ ਕਰਨ ਨਾਲ ਕੌਮ ਦਾ ਕੀ ਭਲਾ ਹੋ ਸਕਦਾ ਜਾਂ ਪੰਜਾਬ ਦਾ ਕੀ ਭਲਾ ਹੋ ਸਕਦਾ। ਪਹਿਲੀ ਗੱਲ। ਇੱਕ ਗੱਲ ਹੋਰ ਇੱਥੇ ਮੈਂ ਕਹਾਂਗਾ, ਸਿਮਰਜੀਤ ਸਿੰਘ ਮਾਨ ਵੱਡੇ ਲੰਬੇ ਸਮੇਂ ਬਾਅਦ ਜਿੱਤੇ ਨੇ, ਸੰਸਦ ਦੀਆਂ ਪੌੜੀਆਂ ਲੰਬੇ ਸਮੇਂ ਬਾਅਦ ਚੜ੍ਹੇ ਨੇ ਔਰ ਜਿੱਤੇ ਵੀ ਉੱਥੋਂ ਨੇ ਜਿੱਥੋਂ ਆਮ ਆਦਮੀ ਪਾਰਟੀ ਦਾ ਬੂਟਾ ਲੱਗਿਆ ਸੀ, ਸੰਗਰੂਰ ਦੀ ਧਰਤੀ ਤੋਂ। ਔਰ 3 ਮਹੀਨਿਆਂ ਦੀ ਸਰਕਾਰ ਰਹੀ ਹੈ। ਹੁਣ 3 ਮਹੀਨਿਆਂ ਬਾਅਦ ਆਮ ਆਦਮੀ ਪਾਰਟੀ ਕਿੱਡੀ ਵੱਡਾ ਜਿੱਥੋਂ ਬੂਟਾ ਲੱਗਿਆ ਸੀਗਾ ਆਮ ਆਦਮੀ ਪਾਰਟੀ ਦਾ, ਉਹ ਸੀਟ ਹਾਰੀ। ਉਸ ਤੋਂ ਬਾਅਦ ਬਿਆਨ ਜਾਰੀ ਹੁੰਦੇ ਨੇ। ਮੈਂ ਇਹੀ ਗੱਲ ਕਹਿਣ ਲੱਗਿਆ ਆ। ਪਹਿਲੀ ਗੱਲ ਦੇਖੋ, ਉਹਨਾਂ ਨੇ ਕਿਹਾ, ਮੈਂ ਉਹਨਾਂ ਦੀ 2 ਗੱਲਾਂ ਤੇ ਗੱਲ ਕਰੂੰਗਾ ਕਿਉਂਕਿ ਮੇਰੀ ਗੱਲ ਤੋਂ ਮਾਨ ਸਾਹਿਬ ਤੁਹਾਨੂੰ ਸਵਾਲ ਵੀ ਹੋਣਗੇ, ਕਿਉਂਕਿ ਸਵਾਲ ਬਣਦੇ ਆ ਨਾ। ਅਸੀਂ ਗੱਲ ਕਰਨਾ ਚਾਹੁੰਦੇ ਆ, ਅਸੀਂ ਵੀ, ਤੁਸੀਂ ਸਵਾਲ ਕਰ ਸਕਦੇ, ਅਸੀਂ ਵੀ ਕਰ ਸਕਦੇ। ਪਹਿਲਾਂ ਉਹਨਾਂ ਨੇ ਕਿਹਾ ਕਿ ਜੇ ਭਗਤ ਸਿੰਘ ਨੇ ਪਾਰਲੀਮੈਂਟ ਦੇ ਵਿੱਚ ਬੰਬ ਸੁੱਟਿਆ ਆ, ਪਾਰਲੀਮੈਂਟ 'ਚ ਬੰਬ ਸੁੱਟਣ ਵਾਲਾ ਅੱਤਵਾਦੀ। ਇੱਕ ਜਦੋਂ ਸੈਂਡਰਸ ਨੂੰ ਮਾਰਿਆ ਉਹਦੇ ਨਾਲ ਬੇਗੁਨਾਹ ਨੂੰ ਮਾਰਨ ਵਾਲਾ ਅੱਤਵਾਦੀ। ਵੀ ਮੈਂ ਇਸ ਕਰਕੇ ਉਹਨੂੰ ਅੱਤਵਾਦੀ ਕਹਿ ਰਿਹਾ ਕਿਉਂਕਿ ਇਹਨਾਂ ਨੇ 2 ਚੀਜ਼ਾਂ ਕੀਤੀਆਂ ਆ। ਹੁਣ ਮੈਂ ਇੱਥੇ ਪੁੱਛਣਾ ਚਾਹੁੰਦਾ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਕਿ ਮਾਨ ਸਾਹਿਬ, ਤੁਸੀਂ ਬਹੁਤ ਬੁੱਧੀਜੀਵ ਹੋ, ਕੌਮ ਦੇ ਜਰਨੈਲ ਮੰਨੇ ਜਾਂਦੇ, ਤੁਸੀਂ ਆਪਣੇ ਆਪ ਨੂੰ ਕੌਮ ਦੀ ਜਰਨੈਲ ਕਹਿੰਦੇ ਹੋ ਵੀ ਮੈਂ ਕੌਮ ਦਾ ਜਰਨੈਲ ਹਾਂ। ਕੌਮੀ ਜਰਨੈਲ ਕਦੇ ਵੀ ਨਿੱਜੀ ਵਿਚਾਰਧਾਰਾ ਨਹੀਂ ਦਿੰਦਾ। ਕੌਮੀ ਜਰਨੈਲ ਹਮੇਸ਼ਾ ਕੌਮ ਦੀ ਗੱਲ ਕਰਨ ਵਾਲੇ ਹੁੰਦੇ ਆ, ਆਪ ਦੀਆਂ ਨਿੱਜੀ ਵਿਚਾਰਧਾਰਾ ਨੂੰ ਪਿੱਛੇ ਰੱਖ ਕੇ ਕੌਮ ਦੀ ਗੱਲ ਕਰਨ ਵਾਲੇ ਹੁੰਦੇ ਆ। ਪਹਿਲੀ ਗੱਲ, ਤੁਸੀਂ ਇਹ ਗੱਲ ਕਹਿੰਦੇ ਕਿ ਪਾਰਲੀਮੈਂਟ 'ਚ ਬੰਬ ਸੁੱਟਿਆ, ਅਫਜ਼ਲ ਗੁਰੂ ਨੂੰ ਫਿਰ ਤੁਸੀਂ ਕਿਉਂ ਨਹੀਂ ਸ਼ਹੀਦ ਮੰਨਦੇ, ਉਹਨੂੰ ਫਿਰ ਅੱਤਵਾਦੀ ਕਿਉਂ ਮੰਨਦੇ? ਮੈਂ ਦੱਸਦਾ ਮਾਨ ਸਾਹਿਬ, ਜਿਹੜੀ ਹੁਣ ਪਾਰਲੀਮੈਂਟ ਚੱਲ ਰਹੀ ਹੈ ਜਿਸ 'ਚ ਅਫਜ਼ਲ ਗੁਰੂ ਨੇ ਬੰਬ ਸੁੱਟਿਆ ਸੀ, ਉਹ ਆਜ਼ਾਦ ਭਾਰਤ ਦੀ ਇਲੈਕਟਡ ਬੋਡੀ ਨਾਲ ਚੁਣੀ ਗਈ ਪਾਰਲੀਮੈਂਟ ਸੀ, ਜਿਹਦੇ 'ਚ ਤੁਸੀਂ ਵੀ ਪਹਿਲਾਂ 1999 'ਚ ਗਏ, ਤੁਸੀਂ ਤਨਖਾਹ ਵੀ ਲੈਂਦੇ ਰਹੇ, ਹੁਣ ਤੱਕ ਭੱਤੇ ਵੀ ਲੈਂਦੇ ਰਹੇ, ਹੁਣ ਦੁਬਾਰਾ ਚੁਣ ਕੇ ਗਏ ਹੋ। ਕਹਿੰਦੇ ਉਸ ਤੋਂ ਪਹਿਲਾਂ, ਮੇਰੇ ਜਾਣ ਤੋਂ ਪਹਿਲਾਂ ਤੁਸੀਂ ਇਹ ਗੱਲ ਕਰ ਰਹੇ ਹੋ, ਕਹਿੰਦੇ ਵੀ ਉਸ ਤੋਂ ਪਹਿਲਾਂ ਵੀ ਉਸ ਅਸੈਂਬਲੀ ਦੇ ਵਿੱਚ ਵੀ ਭਾਰਤੀ ਸੀਗੇ। ਨਹੀਂ, ਮੈਂ ਉਹੀ ਗੱਲ ਕਹਿਣ ਲੱਗਿਆ, ਇਹ ਬਹੁਤ ਜ਼ਰੂਰੀ ਗੱਲ ਆ, ਇਹ ਸਵਾਲ ਬਹੁਤ ਜ਼ਰੂਰੀ ਆ, ਕਰਨ ਵਾਲਾ ਸਵਾਲ ਆ, ਇਹਦੇ ਤੇ ਜਵਾਬ ਲੈਣਾ ਵੀ ਆ। ਕੀ ਆ ਕਿ ਪਾਰਲੀਮੈਂਟ ਦੇ ਵਿੱਚ ਦੇਖੋ, ਤੁਸੀਂ ਜੋ ਚੀਜ਼ ਦੱਸਣਾ ਚਾਹੁੰਦੇ ਹੋ ਉਹਦਾ ਜਵਾਬ ਹੋਣਾ ਚਾਹੀਦਾ ਸਾਡੇ ਕੋਲੇ। ਕੀ ਆ ਕਿ ਪਾਰਲੀਮੈਂਟ ਅਫਜ਼ਲ ਗੁਰੂ ਤੇ ਭਗਤ ਸਿੰਘ 'ਚ ਕੀ ਫਰਕ ਆ, ਮੈਂ ਦੱਸਣਾ ਚਾਹੁੰਦਾ। ਮੈਂ ਬੁੱਧੀਜੀਵ ਨਹੀਂ ਹੈਗਾ ਕਿ ਮੈਂ ਭਗਤ ਸਿੰਘ ਦੇ ਕਿਰਦਾਰ ਬਾਰੇ ਕੁਝ ਦੱਸ ਸਕਾਂ। ਕਿਸੇ ਵੀ ਸ਼ਹੀਦ ਨੂੰ ਸ਼ਬਦਾਂ ਰਾਹੀਂ ਮੁਲਾਂਕਣ ਨਹੀਂ ਕੀਤਾ ਜਾ ਸਕਦਾ, ਕਿਸੇ ਵੀ ਸ਼ਹੀਦ ਨੂੰ, ਔਰ ਕੋਈ ਵੀ ਨਹੀਂ ਕਰ ਸਕਦਾ। ਜਿਹੜੇ ਬੁੱਧੀਜੀਵ ਕਹਿੰਦੇ ਆ ਕਿ ਉਹਦਾ ਮੁਲਾਂਕਣ ਕਰ ਸਕਦਾ, ਮੈਂ ਪਹਿਲਾਂ ਕਹਿਣਾ ਚਾਹੁੰਦਾ ਬੁੱਧੀਜੀਵ ਹੈ ਵੀ ਆ, ਇਹਦਾ ਵੀ ਮੁਲਾਂਕਣ ਕਰ ਲੈਣਾ ਚਾਹੀਦਾ ਨਾ। ਦੂਜੀ ਗੱਲ, ਤੁਸੀਂ ਕਿਹਦੇ ਵੱਲ ਕਰਦੇ? ਇਹ ਤੁਹਾਨੂੰ ਪਤਾ ਤੇ ਲੋਕਾਂ ਨੂੰ ਵੀ ਪਤਾ ਹੈ। ਪਹਿਲੀ ਗੱਲ, ਜਦੋਂ ਤੁਸੀਂ, ਮੈਂ ਕਹਿਣਾ ਵੀ ਪਾਰਲੀਮੈਂਟ ਇਲੈਕਟਡ ਬੋਡੀ ਨਾਲ ਚੁਣੀ ਹੋਈ ਪਾਰਲੀਮੈਂਟ, ਭਾਰਤ ਆਜ਼ਾਦ ਭਾਰਤ ਦੇ ਵਿੱਚ ਚੁਣੀ ਹੋਈ ਇਲੈਕਟਡ ਬੋਡੀ 'ਚ ਬੰਬ ਸੁੱਟਣਾ ਉਹ ਅੱਤਵਾਦੀ ਆ। ਪਰ ਕਿਸੇ ਪਾਰਲੀਮੈਂਟ ਤੇ ਧੱਕੇ ਨਾਲ ਕਬਜ਼ਾ ਕਰ ਲੈਣਾ, ਕਬਜ਼ਾ ਕਰਕੇ ਉੱਥੇ ਬਹਿ ਜਾਣਾ, ਕੁਰਸੀਆਂ ਢਾਹ ਕੇ ਬਹਿ ਜਾਣਾ ਤੇ ਫਿਰ ਉੱਥੇ ਬਹਿ ਕੇ ਲੋਕਾਂ ਦੇ ਗਰੀਬਾਂ ਤੇ ਅਤਿਆਚਾਰ ਕਰਨ ਵਾਲੇ ਕਾਨੂੰਨ ਬਣਾਉਣਾ, ਉਹਦੇ 'ਚ ਬੰਬ ਸੁੱਟਣਾ ਫਰਕ ਆ। ਮੇਰੇ ਘਰ ਦੇ ਉੱਤੇ ਕੋਈ ਕਬਜ਼ਾ ਕਰ ਲੇ, ਮੇਰੇ ਘਰ ਦੇ ਉੱਤੇ ਕਬਜ਼ਾ ਕਰਕੇ ਮੇਰੇ ਧੀਆਂ ਪੁੱਤਾਂ ਨੂੰ ਬਾਹਰ ਕੱਢ ਦੇ ਤੇ ਕਬਜ਼ਾ ਕਰ ਲੇ, ਤੇ ਮੈਂ ਜਦੋਂ ਉਸ ਘਰ ਨੂੰ ਛਡਾਉਣ ਵਾਸਤੇ ਜਾਵਾਂ ਕਿ ਮੈਨੂੰ ਸਿਮਰਜੀਤ ਸਿੰਘ ਮਾਨ ਅੱਤਵਾਦੀ ਕਹਿਣਗੇ? ਫਿਰ ਮਤਲਬ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਜੇ ਅਸੀਂ ਆਪਣੇ ਹੱਕਾਂ ਲਈ ਲੜ ਰਹੇ ਹਾਂ ਅਸੀਂ ਅੱਤਵਾਦੀ ਨਹੀਂ ਆ। ਬਿਲਕੁਲ, ਕਿਉਂਕਿ ਜੇ ਫਿਰ ਦੂਜੀ ਗੱਲ ਸੁਣੋ, ਜੇ ਸਿਮਰਜੀਤ ਸਿੰਘ ਮਾਨ ਇਹ ਬਿਆਨ ਜਾਰੀ ਕਰਦੇ ਆ ਕਿ ਪਾਰਲੀਮੈਂਟ ਦੇ ਵਿੱਚ ਬੰਬ ਸੁੱਟਣ ਵਾਲਾ ਅੱਤਵਾਦੀ ਆ, ਫਿਰ ਲੋਕਾਂ ਨੇ ਸਵਾਲ ਹੋਰ ਕਰਨਾ ਨਾ, ਲੋਕਾਂ ਨੇ ਸਵਾਲ ਹੋਰ ਕਰਨਾ ਕਿ ਬਾਬਾ ਬਘੇਲ ਸਿੰਘ ਨੂੰ ਵੀ ਫਿਰ ਅੱਤਵਾਦੀ ਕਹੋ ਵੀ ਲਾਲ ਕਿਲੇ ਤੇ ਆ ਕੇ ਉਹਨਾਂ ਨੇ ਵੀ ਝੰਡਾ ਚੜਾਇਆ ਸੀ, ਇਹ ਵੀ ਕਹੋ ਨਾ, ਫਿਰ ਮੰਨੋ। ਪਰ ਜੇ ਹੁਣ ਮੈਂ ਇਹ ਗੱਲ ਕਹੂੰਗਾ ਤਾਂ ਤੁਸੀਂ ਮੈਨੂੰ ਗੈਰ ਸਿੱਖ ਕਹਿ ਕੇ, RSS ਦਾ ਕਹਿ ਕੇ ਤੁਸੀਂ ਮੈਨੂੰ ਭੰਡਰ ਲਾ ਜਾਣਾ, ਕਿਉਂਕਿ ਸਰਟੀਫਿਕੇਟ ਦੇਣ ਵਾਲਾ ਸਿਸਟਮ ਵੀ ਤੁਹਾਡੇ ਕੋਲ ਹੀ ਆ ਵੀ ਕੌਣ ਸਿੱਖ ਹੈ, ਕੌਣ ਇੱਥੇ ਸਿੱਖੀ ਦੀ ਗੱਲ ਕਰ ਸਕਦਾ। ਤੁਸੀਂ ਤਾਂ ਹੁਣ ਉਹ ਕਿਰਦਾਰਕੁਸ਼ੀਆਂ ਕਰਨ ਲੱਗ ਗਏ ਨਾ ਮਾਨ ਸਾਹਿਬ, ਤੁਸੀਂ ਮਹੰਤ ਵਾਲੀ ਗੱਲ ਕਰਨ ਲੱਗ ਗਏ ਵੀ ਗੁਰੂ ਤੇਗ ਬਹਾਦਰ ਨੂੰ ਹੁਣ ਮੰਦਿਰ 'ਚ, ਹਰ ਮੰਦਿਰ ਦੇ ਵਿੱਚ ਵੜਨ ਦਿੱਤਾ ਜਾਊਗਾ ਕਿ ਨਹੀਂ ਦਿੱਤਾ ਜਾਊਗਾ, ਵੀ ਤੁਸੀਂ ਤੈਅ ਕਰੋਗੇ ਸਿੱਖਾਂ ਦੀ। ਇਹ ਗੱਲ ਮਾਨ ਸਾਹਿਬ ਇਹੀ ਗੱਲ ਕਹਿੰਦੇ ਨੇ ਵੀ ਭਿੰਡਰਾਂ ਵਾਲੇ ਸੰਤ ਉਹ ਵੀ ਤਾਂ ਇੱਕ ਨਿਆਂ ਦੀ ਗੱਲ ਕਰ ਰਹੇ ਸੀ ਨਾ, ਉਹ ਵੀ ਤਾਂ ਇੱਕ ਹੱਕ ਹੀ ਮੰਗ ਰਹੇ ਸੀ, ਉਹਨਾਂ ਨੂੰ ਕਿਉਂ ਅੱਤਵਾਦੀ ਕਿਹਾ ਗਿਆ? ਫਿਰ ਨਹੀਂ, ਉਹ ਤਾਂ ਸਰਕਾਰਾਂ ਨੇ ਕਿਹਾ, ਤੇ ਭਗਤ ਸਿੰਘ ਨੂੰ ਕੌਣ ਅੱਤਵਾਦੀ ਕਹਿੰਦਾ? ਸਰਕਾਰਾਂ ਕਹਿੰਦੀਆਂ। ਤੇ ਸਿਮਰਜੀਤ ਸਿੰਘ ਮਾਨ ਫਿਰ ਕਿਹਦੀ ਬੋਲੀ ਬੋਲਦੇ? ਅਸੀਂ ਤਾਂ ਨਹੀਂ ਕਹਿੰਦੇ।
ਬੱਚਾ ਜਾਓ ਕਿਸੇ ਬੱਚੇ ਨੂੰ ਪੁੱਛੋ 8 ਸਾਲ ਦੇ ਨੂੰ ਜਾ ਕੇ ਇਸ ਮੁਲਕ ਦੇ ਰਹਿਣ ਵਾਲੇ ਨੂੰ ਭਗਤ ਸਿੰਘ ਕੌਣ ਆ, ਉਹ ਸ਼ਹੀਦ ਭਗਤ ਸਿੰਘ ਕਹੂਗਾ। ਜਿਹਨੂੰ ਸ਼ਹੀਦ ਦਾ ਦਰਜਾ ਲੋਕਾਂ ਨੇ ਦਿੱਤਾ ਹੋਵੇ, ਬੱਚੇ ਨੇ ਦਿੱਤਾ ਹੋਵੇ, ਉਹਨੂੰ ਸਰਕਾਰਾਂ ਜਾਂ ਸਿਮਰਜੀਤ ਸਿੰਘ ਮਾਨ ਨਾ ਦੇਣ, ਉਹਦੇ ਨਾਲ ਫਰਕ ਨਹੀਂ ਪੈਂਦਾ। ਪਰ ਮਾਨ ਸਾਹਿਬ ਤੁਸੀਂ ਸ਼ਹੀਦਾਂ ਦੀ ਗੱਲ ਕਰਨ ਵਾਲੇ, ਤੁਸੀਂ ਆਜ਼ਾਦ ਮੁਲਕ ਦੀ ਗੱਲ ਕਰਨ ਵਾਲੇ, ਤੁਸੀਂ ਬਲੀਦਾਨ ਦੀ ਗੱਲ ਕਰਨ ਵਾਲੇ, ਤੁਸੀਂ ਹੱਥ 'ਚ ਤੇਗ ਫੜਨ ਵਾਲੇ, ਤੇ ਤੁਸੀਂ ਸ਼ਹੀਦਾਂ 'ਤੇ ਟਿੱਕਾ ਟਿੱਪਣੀ ਕਰਨ ਲੱਗ ਗਏ। ਜਿਹੜੇ ਸ਼ਹੀਦ 23 ਸਾਲ ਦੀ ਉਮਰ 'ਚ ਜਿਹੜਾ ਆਪਣੇ ਆਪ ਨੂੰ ਸ਼ਹੀਦ ਕਰਾ ਜਾਂਦਾ ਆ, ਸ਼ਹੀਦ ਹੋ ਜਾਂਦਾ ਹੈ, ਖੁਦ ਨੂੰ ਵਾਰ ਦਿੰਦਾ ਆ, ਤੁਸੀਂ ਉਹਦੇ ਤੇ ਟਿੱਕਾ ਟਿੱਪਣੀ ਕਰ ਰਹੇ। ਤੁਸੀਂ ਇਕੱਲੇ ਭਗਤ ਸਿੰਘ ਤੇ ਨਹੀਂ, ਤੁਸੀਂ ਫਿਰ ਕਰਤਾਰ ਸਿੰਘ ਸਰਾਭੇ ਨੂੰ ਵੀ ਕਹੋਗੇ, ਤੁਸੀਂ ਚੰਦਰ ਸ਼ੇਖਰ ਆਜ਼ਾਦ ਨੂੰ ਵੀ ਕਹੋਗੇ, ਤੁਸੀਂ ਰਾਜਗੁਰੂ ਸੁਖਦੇਵ ਨੂੰ ਵੀ ਕਹੋਗੇ। ਤੁਸੀਂ ਤਾਂ ਸਾਰਿਆਂ ਨੂੰ ਅੱਤਵਾਦੀ ਕਹਿ ਰਹੇ ਹੋ। ਤੁਹਾਡੀ ਨਿਗਾਹ 'ਚ ਤਾਂ ਫਿਰ ਸਾਰੀ ਅੱਤਵਾਦੀ ਹੋ ਗਏ। ਪਰ ਮੈਂ ਪੁੱਛਣਾ ਚਾਹੁੰਦਾ ਮਾਨ ਸਾਹਿਬ ਨੂੰ, ਪਹਿਲਾਂ ਤੁਹਾਡੀ ਨਿਗਾਹ 'ਚ ਅੱਤਵਾਦੀ ਕੌਣ ਹੈ, ਇਹਦਾ ਜਵਾਬ ਦਿਓ। ਤੁਹਾਡੀ ਨਿਗਾਹ 'ਚ ਅੱਤਵਾਦੀ ਕੌਣ ਹੈ? ਤੁਸੀਂ ਕਹਿੰਦੇ ਸਾਂਡਰਸ ਨੂੰ ਨਾਲ ਉਹਦੇ ਬੇਗੁਨਾਹ ਮਾਰਿਆ ਗਿਆ, ਤੁਹਾਡੇ ਤੇ 20 ਸਵਾਲ ਹੋਰ ਖੜੇ ਕਰਨਗੇ। ਤੁਸੀਂ ਸਵਾਲ ਖੜੇ ਕਰ ਰਹੇ। ਇੱਕ ਪਾਸੇ ਤੁਸੀਂ ਕਹਿ ਰਹੇ ਹੋ ਬੰਦੀ ਸਿੰਘਾਂ ਦੀ ਰਿਹਾਈ ਚਾਹੀਦੀ, ਅਸੀਂ ਵੀ ਕਹਿੰਦੇ ਕਿ ਜਿਨ੍ਹਾਂ ਦੀ ਉਮਰ 25 27 ਸਾਲ ਜੇਲ੍ਹਾਂ ਦੇ ਵਿੱਚ ਲੰਘ ਗਈ, ਉਹਨਾਂ ਨੂੰ ਰਿਹਾਈ ਮਿਲਣੀ ਚਾਹੀਦੀ, ਉਹਨਾਂ ਨੂੰ ਆਜ਼ਾਦੀ ਮਿਲਣੀ। ਤੁਸੀਂ ਕਹਿੰਦੇ ਜ਼ਰੂਰ ਹੋ ਆਮ ਆਦਮੀ ਪਾਰਟੀ ਦਾ, ਅਜੇ ਵੀ ਮੈਨੂੰ ਯਾਦ ਹੈ ਜਦੋਂ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਆਏ ਸਨ, ਕਹਿੰਦੇ ਜਦੋਂ ਅਸੀਂ ਆਵਾਂਗੇ ਬੰਦੀ ਸਿੰਘਾਂ ਦੀ ਜੇ ਸਾਡੀ ਸਰਕਾਰ ਬਣਦੀ ਆ, ਆਉਂਦੇ ਸਾਰ ਰਿਹਾਈ ਕਰਾਵਾਂਗੇ। ਤੇ ਅਸੀਂ ਅੱਜ ਵੀ ਕਹਿ ਰਹੇ ਹਾਂ, ਕਦੋਂ ਮੁੱਕਰ ਰਹੇ ਆ? ਦੇਖੋ ਗੱਲ ਉਹੀ ਹੋ ਗਈ ਨਾ। ਇਹ ਜੋ ਮਰਜ਼ੀ ਕਹਿ ਸਕਦੇ ਆ, ਇਹ ਜਿਹਨੂੰ ਚਾਹਣ ਗਦਾਰੀ ਦਾ ਸਰਟੀਫਿਕੇਟ ਦੇ ਸਕਦੇ ਆ, ਜਿਹਨੂੰ ਚਾਹਣ ਸਿੱਖੀ ਦਾ ਸਰਟੀਫਿਕੇਟ ਦੇ ਸਕਦੇ ਆ, ਜਿਹਨੂੰ ਚਾਹਣ ਸਿੱਖ ਨਹੀਂ ਉਹ ਗੈਰ ਸਿੱਖ ਹੈ। ਪਰ ਮੇਰੇ ਇੱਥੇ ਦੇਖੋ, ਮੇਰੀ ਇੱਥੇ ਗੱਲ ਕਰਨ ਦਾ ਮਤਲਬ ਇਹ ਆ ਕਿ ਇਹ ਜਿਹੜਾ ਸਵਾਲ ਹੈ ਕਿਉਂ ਆਇਆ। ਪਹਿਲਾਂ ਸਿਮਰਜੀਤ ਸਿੰਘ ਮਾਨ ਬਿਆਨ ਜਾਰੀ ਕਰਦੇ ਆ ਨਿੱਜੀ ਵਿਚਾਰਧਾਰਾ ਦੇ ਆਧਾਰ ਦੇ ਉੱਤੇ, ਦੇਤਾ ਬਿਆਨ ਉਹਨਾਂ ਨੇ 5 ਸਾਲ ਪਹਿਲਾਂ ਵੀ ਦੇਤਾ ਸੀ, ਠੀਕ ਹੈ ਦੇਤਾ, ਪਰ ਉਹਦਾ ਬੇਟਾ ਵੀ ਅੱਜ ਦੇ ਰਿਹਾ ਹੈ। ਉਹਨਾਂ ਦਾ ਬੇਟਾ ਦੇ ਰਿਹਾ ਤਾਂ ਇੱਥੋਂ ਪਤਾ ਲੱਗਦਾ ਕਿ ਨੈਰੇਟਿਵ ਸੈੱਟ ਕੀਤਾ ਜਾ ਰਿਹਾ ਹੈ। ਇਹ ਜਾਣ ਬੁੱਝ ਕੇ ਭਗਤ ਸਿੰਘ ਨੂੰ 95 ਸਾਲ ਬਾਅਦ ਉਹਦੀ ਕਿਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਉਹਨੂੰ ਇਹ ਸਾਬਤ ਕਰਨ ਵਾਸਤੇ ਕਿ ਉਹ ਨਾਸਤਿਕ ਸੀ, ਉਹ ਧਾਰਮਿਕ ਨਹੀਂ ਸੀ, ਉਹ ਸ਼ਹੀਦ ਤਾਂ ਹੈ ਨਾ। ਤੁਸੀਂ ਇਹ ਵੀ ਮੰਨਣ ਨੂੰ ਤਿਆਰ ਨਹੀਂ। ਤੁਸੀਂ ਉਹਨੂੰ ਅੱਤਵਾਦੀ ਕਹਿ ਰਹੇ। ਤੁਸੀਂ ਉਹਨਾਂ ਨੂੰ ਅੱਤਵਾਦੀ ਕਹਿ ਕੇ ਜਿਨ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਮੰਗ ਰਹੇ, ਉਹਨਾਂ ਨੂੰ ਕਿਵੇਂ ਬੇਗੁਨਾਹ ਸਾਬਤ ਕਰੋਗੇ ਮਾਨ ਸਾਹਿਬ? ਇਹ ਵੀ ਤਾਂ ਦੱਸੋ ਨਾ। ਤੁਸੀਂ ਇੱਕ ਸਾਂਡਰਸ ਦੇ ਨਾਲ ਬੇਗੁਨਾਹ ਮਾਰਨ ਨੂੰ ਤੁਸੀਂ ਕਹਿੰਦੇ ਹੋ ਮਾਰਨ ਵਾਲਾ ਅੱਤਵਾਦੀ, ਬੇਅੰਤ ਸਿੰਘ ਨੂੰ ਨਾਲ ਮਾਰਨ ਲੱਗੇ 45 ਜਿਹੜੇ ਹੋਰ ਮਰ ਗਏ, ਉਹ ਸਵਾਲ ਨਹੀਂ ਖੜਾ ਕਰਨਗੇ? ਉਹਨਾਂ ਦੇ ਪਰਿਵਾਰ ਨਹੀਂ ਸਵਾਲ ਖੜਾ ਕਰਨਗੇ? ਕਹੋ ਇਹਨਾਂ ਨੂੰ ਅੱਤਵਾਦੀ, ਉੱਥੋਂ ਫਿਰ ਕੀ ਜਵਾਬ ਆਊ? ਫਿਰ ਕੋਈ ਜਵਾਬ ਨਹੀਂ। ਫਿਰ ਤੁਸੀਂ ਕਹਿ ਦੇਣਾ ਵੀ ਮੈਂ ਕੋਈ ਆਰਗੂਮੈਂਟ ਨਹੀਂ ਕਰਨਾ ਚਾਹੁੰਦਾ ਇਹਦੇ ਤੇ। ਕਿਉਂ ਨਹੀਂ ਕਰਨਾ ਚਾਹੁੰਦੇ ਬਾਈ? ਖੁਦ ਹੀ ਆਪਣੇ ਸਵਾਲ ਖੜਾ ਕਰਨਾ ਚਾਹੁੰਦੇ ਹੋ ਤੁਸੀਂ। ਬਲਕਿ ਮੇਰਾ ਮੰਨਣਾ ਆ ਇਹ ਨੈਰੇਟਿਵ ਸੈੱਟ ਕੀਤਾ ਗਿਆ ਆ, ਕਿਉਂਕਿ ਆਮ ਆਦਮੀ ਪਾਰਟੀ ਨੇ ਨੈਰੇਟਿਵ ਸੈੱਟ ਕੌਣ ਕਰਨਾ ਚਾਹੁੰਦਾ ਹੈ, ਕਿਉਂ ਕਰਨਾ ਚਾਹੁੰਦਾ ਹੈ? ਕਿਉਂਕਿ ਜਿਹੜੀ ਭਗਤ ਸਿੰਘ ਨੂੰ ਅੱਤਵਾਦੀ ਦੱਸਣਾ ਚਾਹੁੰਦੀ, ਜਿਹੜੇ ਪਾਗਲ ਨਾਲ ਲੜਨਾ ਚਾਹੁੰਦੇ ਆ, ਜਿਹੜੇ ਚਾਹੁੰਦੇ ਹੀ ਨਹੀਂ ਕਦੇ ਹੀਰੋ ਬਣਨ, ਉਹਨਾਂ ਨੇ ਕਦੇ ਨਹੀਂ ਚਾਹਿਆ। ਇਸ ਗੱਲ ਕਰਕੇ ਇਹਨਾਂ ਨੇ ਇਹ ਬਿਆਨ ਜਾਰੀ ਕਰਦੇ ਔਰ ਹੁਣ ਇਹਦੇ ਉੱਤੇ ਲੜਾਈ ਲੜ ਰਹੇ। ਹੁਣ ਇਹ ਧਰਨੇ ਵੀ ਲਾਉਣਾ ਚਾਹੁੰਦੇ। ਅੱਜ ਮਾਰਚ ਕੱਢਿਆ ਗਿਆ, ਉਹ ਮਾਰਚ ਨੂੰ ਦੇਖ ਕੇ ਭਗਤ ਸਿੰਘ ਨੂੰ ਬੈਠੇ ਨੂੰ ਕੀ ਸੋਚਿਆ ਹੋਊਗਾ ਉਹਨੇ, ਜਦੋਂ ਸਿਰਾਂ ਤੇ ਪੱਗ ਬੰਨ੍ਹ ਕੇ ਔਰ ਉਹਦੀ ਪੱਗ ਵਾਲੀ ਦੀ ਫੋਟੋ ਲੈ ਕੇ ਜਦੋਂ ਮਾਰਚ ਕੱਢਿਆ ਗਿਆ ਕਿ ਸਿੱਖ ਅਜਾਇਬ ਘਰ 'ਚ ਉਹਦੀ ਫੋਟੋ ਗਾਇਬ ਕਰੋ ਕਿਉਂਕਿ ਇਹ ਨਾਸਤਕ ਹੈ। ਉਹ ਯਾਰ ਤੁਸੀਂ ਕਿਵੇਂ ਤੈਅ ਕਰ ਸਕਦੇ ਹੋ ਉਹ ਨਾਸਤਿਕ ਤੇ ਤੁਸੀਂ ਧਰਮੀ ਹੋ? ਸੰਤਾਂ ਦੀ ਗੱਲ ਕਰਦੇ, ਸੰਤਾਂ ਦੀ ਸਪੀਚਾਂ ਕੱਢ ਕੇ ਦੇਖੋ। ਸੰਤਾਂ ਨੇ ਕਿਹਾ ਇਸ ਦੇਸ਼ ਦੀ ਆਜ਼ਾਦੀ ਦੇ ਵਿੱਚ ਭਗਤ ਸਿੰਘ ਵਰਗਿਆਂ ਦਾ ਰੋਲ ਹੈ, ਭਗਤ ਸਿੰਘ ਕਰਕੇ ਦੇਸ਼ ਨੂੰ ਆਜ਼ਾਦੀ ਮਿਲੀ ਹੈ। ਤੁਸੀਂ ਉਹ ਤਾਂ ਉਹਦੇ ਤੇ ਵੀ ਫਿਰ ਟਿੱਕਾ ਟਿੱਪਣੀ ਕਰ ਰਹੇ ਹੋ ਵੀ ਉਹ ਵੀ ਗਲਤ ਸੀਗੇ। ਤੁਸੀਂ ਸਹੀ ਕਿਹਨੂੰ ਮੰਨਦੇ? ਬਸ ਖੁਦ ਨੂੰ ਵੀ ਜੋ ਮੈਂ ਕਹਿੰਦਾ ਉਹ ਸਹੀ, ਆਪਦੀ ਬੋਲਾਂ ਤੋਂ ਬਦਲਣਾ ਸਹੀ। ਤੁਸੀਂ ਪਹਿਲਾਂ ਯੂਨੀਫਾਰਮ ਸੋਲਜਰ ਰਹੇ ਹੋ ਮਾਨ ਸਾਹਿਬ, ਉਦੋਂ ਤੁਸੀਂ ਸਹੁੰ ਖਾਧੀ ਸੀ ਸੰਵਿਧਾਨ ਦੀ, ਇਸ ਦੇਸ਼ ਦੀ, ਜੋ ਤੁਸੀਂ IAS ਅਫਸਰ ਬਣੇ ਸੀ, ਖਾਧੀ ਸੀ ਨਾ ਸਹੁੰ ਖਾ ਕੇ ਤੁਸੀਂ ਕੀ ਕਿਹਾ ਸੀਗਾ ਵੀ ਮੈਂ ਇਸ ਦੇਸ਼ ਦੀ ਰੱਖਿਆ ਕਰੂੰਗਾ। ਫਿਰ ਉਸੇ ਦੇਸ਼ ਦੀ ਤੁਸੀਂ ਮੰਗ ਕਰ ਰਹੇ ਵੀ ਮੈਨੂੰ ਹੁਣ ਇੱਕ ਹੋਰ ਚਾਹੀਦਾ। ਹੁਣ ਫੇਰ ਸਹੁੰ ਖਾਧੀ ਹੈ ਤੁਸੀਂ ਜਾ ਕੇ, ਤੇ ਬਾਹਰ ਨਿਕਲ ਸਾਰ ਤੁਸੀਂ ਭਗਤ ਸਿੰਘ ਨੂੰ ਅੱਤਵਾਦੀ ਦੱਸ ਰਹੇ ਹੋ ਜਿਹੜੀ ਪਾਰਲੀਮੈਂਟ 'ਚ ਬੈਠ ਰਹੇ। ਤੁਸੀਂ ਕਹਿਣਾ ਚਾਹੁੰਦੇ ਹੋ ਵੀ ਸਹੁੰ ਜਿਹੜੀ ਖਾਧੀ ਹੈ ਨਹੀਂ ਖਾਣੀ ਚਾਹੀਦੀ ਸੀ? ਨਹੀਂ, ਮੈਂ ਕਹਿ ਰਿਹਾ ਸਹੁੰਆਂ ਖਾ ਕੇ ਮੁੱਕਰਨਾ ਕਿਉਂ? ਆਪਣੇ ਕਿਰਦਾਰ ਦੀ ਵੀ ਤਾਂ ਗੱਲ ਕਰੋ ਨਾ। ਤੁਸੀਂ ਇੱਕ ਸਾਰੀ ਉਮਰ ਤੁਸੀਂ ਇੱਕ ਚੀਜ਼ ਦੇ ਉੱਤੇ ਕੱਢੀ ਕਿ ਮੈਂ ਉਹਨਾਂ ਲੋਕਾਂ ਦੇ ਨਾਲ ਆ ਜਿਨ੍ਹਾਂ ਦੇ ਨਾਲ ਸਰਕਾਰ ਨੇ ਧੱਕਾ ਕੀਤਾ, ਮੈਂ ਉਹਨਾਂ ਦੇ ਨਾਲ ਖੜਾ ਆ। ਮੈਂ ਉਹਨਾਂ ਦੇ ਨਾਲ ਖੜਿਆ ਜਿਨ੍ਹਾਂ ਦੇ ਨਾਲ ਧੱਕਾ ਹੁੰਦਾ। ਮੈਂ ਆਪਣੇ ਸ਼ਹੀਦਾਂ ਦੇ ਨਾਲ ਖੜਿਆ। ਮੈਂ ਉਹਨਾਂ ਦੇ ਨਾਲ ਜਿਹੜੇ ਇਸ ਸਟੇਟ ਨਾਲ ਲੜਦੇ ਰਹੇ ਆਪਦੇ ਹੱਕਾਂ ਦੇ ਲਈ। ਤੇ ਭਗਤ ਸਿੰਘ ਕਿਹਦੇ ਨਾਲ ਲੜਿਆ? ਭਗਤ ਸਿੰਘ ਦੀ ਕੋਈ ਜ਼ਮੀਨ ਦੀ ਲੜਾਈ ਸੀ ਜਾਂ ਉਹਦਾ ਕੋਈ ਵੱਟ ਦਾ ਰੋਲਾ ਸੀ? ਉਹ ਕਿਹਦੇ ਨਾਲ ਲੜਾਈ ਲੜਿਆ? ਤੁਸੀਂ ਉਹਨੂੰ ਨਾਸਤਕ ਕਹਿ ਰਹੇ ਹੋ, ਉਹਨੇ ਤਾਂ ਫਿਰ ਕਿਹਾ ਵੀ ਮੈਂ ਹਿੰਦੂ ਵੀ ਨਹੀਂ, ਮੈਂ ਮੁਸਲਮਾਨ ਵੀ ਨਹੀਂ, ਮੈਂ ਈਸਾਈ ਵੀ ਨਹੀਂ, ਮੈਂ ਸਿੱਖ ਵੀ ਨਹੀਂ। ਫਿਰ ਉਹਨੂੰ ਤੁਸੀਂ ਕੀ ਕਹੋਗੇ ਵੀ ਕੀ ਆ ਉਹ? ਆਪਾਂ ਹੁਣ ਇਸ ਗੱਲ ਤੋਂ ਦੂਸਰੇ ਕੁਐਸਚਨ ਵੱਲ ਆਉਂਦੇ ਆ। ਮੇਰੇ ਏਜੀ ਦੀ ਗੱਲ ਹੋ ਰਹੀ ਸੀ,
ਅਨਮੋਲ ਰਤਨ ਸਿੱਧੂ ਏਜੀ ਲਾਏ ਗਏ ਸੀ, ਉਹਨਾਂ ਦੀ ਵਾਹਵਾ ਬੜੀ ਹੋਈ ਥੋੜੇ ਸਮੇਂ ਦੇ ਵਿੱਚ। 3 ਮਹੀਨੇ ਦਾ ਭਾਵੇਂ ਉਹਨਾਂ ਨੇ ਸਮਾਂ ਕੱਟਿਆ, 4 ਮਹੀਨੇ ਦਾ ਵਾਹਵਾ ਬੜੀ ਹੋਈ। ਲਾਰੈਂਸ ਬਿਸ਼ਨੋਈ ਕੇਸ ਦੇ ਵਿੱਚ ਉਹ ਖੁਦ ਜਾਂਦੇ ਰਹੇ, ਵਾਹਵਾ ਹਰ ਇੱਕ ਨੇ ਕੀਤੀ, ਹਰ ਇੱਕ ਨੇ ਐਪਰੀਸ਼ੀਏਟ ਕੀਤਾ। ਫਿਰ ਉਹਨਾਂ ਨੇ ਅਸਤੀਫਾ ਦੇਤਾ। ਉਹਨਾਂ ਨੇ ਭਾਵੇਂ ਲਿਖਿਆ, ਹਾਲਾਂਕਿ ਉਹ ਕਹਿੰਦੇ ਵੀ ਮੇਰੇ ਨਿੱਜੀ ਕਾਰਨਾਂ ਕਰਕੇ ਮੈਂ ਉਹਦਾ ਛੱਡ ਰਿਹਾ, ਪਰ ਤੁਹਾਨੂੰ ਲੱਗਦਾ ਹੈ ਕਿ ਕਿਧਰੇ ਠੀਕ ਹੋਇਆ? ਕੋਈ ਦਬਾਅ ਤਾਂ ਨਹੀਂ ਸੀ? ਨਹੀਂ ਦੇਖੋ, ਇਹ ਅੱਜ ਗੱਲ ਹੋਈ, ਅੱਜ ਹੀ ਸਾਰਿਆਂ ਨੂੰ ਪਤਾ ਲੱਗਿਆ ਹਨਾ ਕਿ ਉਹਨਾਂ ਨੇ ਅਸਤੀਫਾ ਦਿੱਤਾ। ਦਬਾਅ ਵਾਲੀ ਤਾਂ ਕਿਵੇਂ ਗੱਲ ਹੋ ਸਕਦੀ ਹੈ? ਕਿਹਦਾ ਦਬਾਅ ਹੋ ਸਕਦਾ ਹੈ? ਕਿਉਂ ਦਬਾਅ ਹੋ ਸਕਦਾ ਹੈ? ਜਾਂ ਸਰਕਾਰ ਨਾਲ ਕਈ ਵਾਰ ਹੁੰਦਾ ਨਾ ਤਾਲਮੇਲ ਸੈੱਟ ਨਹੀਂ ਬੈਠਦਾ। ਨਹੀਂ, ਇਹ ਗੱਲਾਂ ਆ, ਇਹ ਇਦਾਂ ਦਾ ਕੁਝ ਨਹੀਂ ਹੁੰਦਾ। ਤੁਸੀਂ ਆਪਾਂ ਸਾਰੇ ਲੋਕ ਕਈ ਵਾਰੀ ਹਰੇਕ ਗੱਲ ਦੇ ਉੱਤੇ ਦੂਜੀ ਗੱਲ ਕੱਢਣਾ ਚਾਹੁੰਦੇ ਆ, ਪਰ ਇਦਾਂ ਨਹੀਂ ਹੁੰਦਾ। ਉਹਨਾਂ ਨੂੰ ਸੱਚੀ ਮੁੱਚੀ ਕੋਈ ਜੋ ਗੱਲ ਕਹਿ ਰਹੇ ਆ ਉਹਨੂੰ ਸਾਨੂੰ ਸੱਚ ਵੀ ਮੰਨਣਾ ਚਾਹੀਦਾ। ਅਗਰ ਕੋਈ ਇਸ ਧਰਤੀ ਤੇ ਕੋਈ ਗੱਲ ਕਰਦਾ ਉਹ ਸੱਚੀ ਵੀ ਹੋਣੀ ਚਾਹੀਦੀ। ਉਹ ਇਹ ਥੋੜਾ ਵੀ ਹਰੇਕ ਥਾਂ ਤੇ ਅਸੀਂ ਰਾਜਨੀਤੀ ਵਾੜ ਕੇ ਲੈ ਜਾਈਏ। ਨਹੀਂ, ਉਹਨਾਂ ਦੀ ਆਪਦੀ ਇੱਕ ਵਿਚਾਰਧਾਰਾ ਆ। ਉਹਨਾਂ ਨੇ ਕਿਹਾ ਕਿ ਅਸੀਂ ਮੈਨੂੰ ਰਜੇਵੇਂ ਇਸ ਕਰਕੇ ਮੈਂ ਛੱਡ ਰਿਹਾ। ਸੋ ਉਹਨਾਂ ਦੀ ਨਿੱਜੀ ਫੈਸਲਾ, ਉਹਨਾਂ ਦਾ, ਸਰਕਾਰ ਦਾ ਕੋਈ ਦਬਾਅ ਨਹੀਂ ਇਹਦੇ ਤੇ। ਗੋਲਡੀ ਜੀ, ਹੋਰ ਵੀ ਰਾਜਨੀਤੀ ਤੇ ਗੱਲਬਾਤ ਕਰਾਂਗਾ। ਪੰਜਾਬ ਦੇ ਵਿੱਚ ਜੋ ਇਸ ਸਮੇਂ ਚੱਲ ਰਿਹਾ ਹੈ, ਲੋਕਾਂ ਨੇ ਵੱਡਾ ਮੈਂਡੇਟ ਦਿੱਤਾ ਸੀਗਾ ਆਮ ਆਦਮੀ ਪਾਰਟੀ ਨੂੰ, ਔਰ ਲੋਕਾਂ ਨੂੰ ਉਮੀਦਾਂ ਬਹੁਤ ਸੀ। ਕਿਉਂਕਿ ਜੇ ਧਰਨਿਆਂ ਦੀ ਗੱਲ ਕਰਾਂ, ਪਹਿਲਾਂ ਲੰਬੀ ਧਰਨੇ ਲੱਗਦੇ ਰਹੇ, ਫਿਰ ਚੰਡੀਗੜ੍ਹ ਧਰਨੇ ਲੱਗੇ, ਫਿਰ ਪਟਿਆਲੇ ਜਦੋਂ ਕੈਪਟਨ ਸਰਕਾਰ ਰਹੀ ਕਿ ਪਟਿਆਲੇ ਧਰਨੇ ਲੱਗ ਗਏ, ਤੇ ਉਹੀ ਹੁਣ ਸੇਮ ਹਾਲ ਸੰਗਰੂਰ ਦੇ ਵਿੱਚ ਹੋਇਆ ਪਿਆ। ਪੁਲਿਸ ਦੀ ਭਰਤੀ ਲਈ ਉਹ ਬੈਠੇ ਨੇ, ਹੋਰ 2-3 ਡਿਪਾਰਟਮੈਂਟ ਨੇ ਉਹ ਬੈਠੇ ਨੇ। ਇੱਕ ਤਾਂ ਇਸ ਤਰ੍ਹਾਂ ਦਾ ਹੋ ਗਿਆ, ਉਹ ਕੁੜੀ ਕਹਿੰਦੀ ਮੈਨੂੰ ਭੈਣ ਬਣਾਇਆ ਸੀ ਭਗਵੰਤ ਮਾਨ ਨੇ, ਔਰ ਕਿਹਾ ਸੀਗਾ ਵੀ ਜਦੋਂ ਮੈਂ ਸੱਤਾ 'ਚ ਆ ਗਿਆ ਪਹਿਲ ਦੇ ਆਧਾਰ ਤੇ ਤੁਹਾਡਾ ਹੱਲ ਕਰੂੰ। ਪਰ ਅੱਜ ਸੰਗਰੂਰ ਜਿਹੜਾ ਰਾਜਧਾਨੀ ਸੀਗਾ ਆਮ ਆਦਮੀ ਪਾਰਟੀ ਦਾ, ਜਿੱਥੋਂ ਬੂਟਾ ਲੱਗਿਆ ਸੀ, ਅੱਜ ਧਰਨਿਆਂ ਦਾ ਸ਼ਹਿਰ ਬਣ ਗਿਆ। ਉਹ ਵੀ ਦੇਖੋ, ਦੋ ਗੱਲਾਂ ਇਹਦੇ 'ਚੋਂ ਮੈਂ ਕਹੂੰਗਾ, ਕਿਉਂਕਿ ਦੇਖੋ ਗੋਲ-ਮੋਲ ਗੱਲ ਨਹੀਂ ਅਸੀਂ ਕਰਦੇ। ਆਮ ਆਦਮੀ ਪਾਰਟੀ ਜਦੋਂ ਵੀ ਗੱਲ ਕਰਦੀ ਬਿਲਕੁਲ ਸਟੈਂਡ ਤੇ ਗੱਲ ਕਰਦੀ। ਅਸੀਂ ਕੋਈ ਉਹ ਰਾਜਨੀਤਿਕ ਨਹੀਂ ਹੈਗੇ ਵੀ ਅਸੀਂ ਇਹ ਗੱਲ ਨੂੰ ਚੱਕ ਕੇ ਉੱਥੇ ਗੱਲ ਨੂੰ ਲੈ ਜਾਈਏ। ਦੇਖੋ 4 ਮਹੀਨੇ ਹੋਏ, 4 ਮਹੀਨੇ ਦੇ ਵਿੱਚ ਜਿਹੜੇ ਫੈਸਲੇ ਹੋਏ ਇਹ ਲਾਸਟ 4 ਮਹੀਨਿਆਂ 'ਚ ਹੀ ਹੁੰਦੇ। ਚਾਹੇ ਉਹ 33,000 ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਵਾਲੀ ਗੱਲ ਹੋਵੇ, ਚਾਹੇ ਵੱਧ ਨੌਕਰੀਆਂ ਵਾਲੀ ਗੱਲ ਹੋਵੇ, ਚਾਹੇ ਜਿਹੜੀ ਸਰਦਾਰ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮੇਰਾ ਪੈਨ ਚੱਲੂ ਤਾਂ ਪਹਿਲਾਂ ਸਭ ਤੋਂ ਪਹਿਲਾਂ ਬੇਰੁਜ਼ਗਾਰੀ ਦੇ ਹੱਲ ਵਾਸਤੇ ਚੱਲੂ। ਸਰਕਾਰ ਕੰਮ ਕਰ ਰਹੀ, ਸਰਕਾਰ ਐਕਸ਼ਨ 'ਚ ਹੈ। ਦੇਖੋ ਮੇਰਾ ਐਕਸ਼ਨ ਦੇ ਵਿੱਚ ਤਾਂ ਹੁੰਦੇ, ਕੈਪਟਨ ਨੇ ਆਪਣਾ ਭਗਵੰਤ ਜੀ ਨੇ ਕਿਹਾ ਸੀਗਾ, ਮਾਨ ਸਾਹਿਬ ਨੇ, ਵੀ ਮੈਂ ਆਉਂਦੇ ਹੀ ਹਰਾ ਪੈਨ ਚਲਾ ਦੇਣਾ। ਹਾਂ, ਤਾਂ ਚਲਾ ਰਹੇ ਨਾ, ਦੇਖੋ ਨਾ, ਕਮਾਲ ਕਰ ਰਹੇ ਹੋ। ਅੱਜ ਦਰਖਤ ਖਾਣ ਵਾਲੇ ਅੰਦਰ ਬੈਠੇ, ਲੁੱਟਾਂ ਖੋਹਾਂ ਕਰਨ ਵਾਲੇ ਅੰਦਰ ਬੈਠੇ, ਸਾਡੇ ਮੰਤਰੀ ਦੇ ਕੋਈ ਗਲਤੀ ਹੁੰਦੀ ਉਹ ਅੰਦਰ ਬੈਠੇ। ਚਿੱਟੇ ਨਸ਼ੇ ਦੇ ਉੱਤੇ ਏਡੀ ਲਗਾਮ ਪੰਜਾਬ ਦੀ ਧਰਤੀ ਤੇ ਕਦੇ ਹੋਈ ਹੀ ਨਹੀਂ। ਸਾਡੇ ਡੀਜੀਪੀ ਸਾਹਿਬ ਤੁਸੀਂ ਕਹਿੰਦੇ ਹੋ ਚਿੱਟੇ ਤੇ ਲਗਾਮ ਲੱਗੀ ਹੈ, ਪਰ ਫਿਲਹਾਲ ਹਜੇ ਵੀ ਚਿੱਟਾ ਸ਼ਰੇਆਮ ਮਿਲ ਰਿਹਾ। ਕੱਲ ਇੱਕ ਸਰਪੰਚਣੀ ਨੇ ਪਰਸੋਂ ਚੌਥੇ ਇੱਕ ਵੀਡੀਓ ਜਾਰੀ ਕੀਤੀ, ਤੇ ਕੱਲ 2 ਮੁੰਡੇ ਜ਼ਿਲ੍ਹੇ ਪਟਿਆਲੇ ਹਲਕਾ ਸਮਾਣਾ ਦੇ ਵਿੱਚ ਡੈਥ ਹੋਈ ਹੈ। ਇਹ ਬਿਲਕੁਲ ਸੱਚ ਆ, ਅਸੀਂ ਉਹਦੇ ਤੇ ਗੱਲ ਕਰ ਰਹੇ। ਦੇਖੋ ਮੈਂ ਇਹਦੇ ਤੇ ਜਿਹੜੀ ਤੁਸੀਂ ਪਹਿਲਾਂ ਗੱਲ ਕਹੀ ਵੀ ਉਹ ਕੁੜੀ ਨੇ ਉਹਨਾਂ ਨੂੰ, ਮਾਨ ਸਾਹਿਬ ਨੂੰ ਭਰਾ ਕਿਹਾ ਸੀਗਾ ਤੇ ਨੌਕਰੀ ਨਹੀਂ ਮਿਲੀ, ਪਰ ਮੈਂ ਕਹਿਣਾ ਚਾਹੁੰਦਾ ਉਸ ਭੈਣ ਨੂੰ ਵੀ, ਸਾਡੀ ਨੂੰ ਵੀ, ਕੋਈ ਗੱਲ ਨਹੀਂ ਮਾਨ ਸਾਹਿਬ। ਮੈਂ ਪਹਿਲਾਂ ਗੱਲ ਆਪਦੀ ਇੰਟਰਵਿਊ ਸ਼ੁਰੂ ਕਰਨ ਤੋਂ ਪਹਿਲਾਂ ਗੱਲ ਬੋਲੀ ਸੀ, ਜਿਹੜੇ ਜਰਨੈਲ ਹੁੰਦੇ ਨੇ ਉਹ ਨਿੱਜੀ ਵਿਚਾਰਧਾਰਾ ਨਹੀਂ, ਉਹ ਕੌਮ ਦੀ ਗੱਲ ਕਰਨ ਵਾਲੇ ਹੁੰਦੇ ਆ। ਭਗਵੰਤ ਮਾਨ 3 ਕਰੋੜ ਲੋਕਾਂ ਦਾ ਮੁੱਖ ਮੰਤਰੀ ਹੈ, ਉਹਦੇ ਚੋਂ 1.5 ਕਰੋੜ ਸਾਡੀਆਂ ਔਰਤਾਂ ਨੇ, ਉਹਨਾਂ ਦਾ ਭੈਣ ਹੈ, ਉਹਨਾਂ ਦਾ। ਲੋਕ ਇੱਥੇ ਇਹ ਵੀ ਕਹਿ ਰਹੇ ਨੇ ਕਿ ਮੁੱਖ ਮੰਤਰੀ ਤਾਂ ਦਿੱਲੀ ਦੇ ਇਸ਼ਾਰੇ ਤੇ ਚੱਲ ਰਹੇ ਨੇ। ਲੋਕ ਤਾਂ ਜੀ ਕਿ ਕੀ ਮੁੱਖ ਮੰਤਰੀ ਇੰਨੇ ਕਾਬਲ ਨਹੀਂ ਕਿ ਆਪਣੇ ਫੈਸਲੇ ਲੈ ਸਕਣ ਪੰਜਾਬ ਦੇ ਲੋਕਾਂ ਲਈ? ਤੁਸੀਂ ਥੋੜਾ ਜਿਹਾ ਗਲਤ ਕਰ ਗਏ। ਲੋਕ ਨਹੀਂ ਕਹਿ ਰਹੇ, ਉਹ ਲੋਕ ਕਹਿ ਰਹੇ ਜਿਨ੍ਹਾਂ ਨੂੰ ਲੋਕਾਂ ਨੂੰ ਘਰੇ ਬਿਠਾਤਾ। ਉਹ ਲੋਕ ਕਹਿ ਰਹੇ, ਕਿਉਂਕਿ ਉਹਨਾਂ ਕੋਲ ਤਾਂ ਹੁਣ ਕਹਿਣ ਨੂੰ ਹੀ ਬਸ ਗੱਲਾਂ ਇਹੀ ਰਹਿ ਗਈਆਂ ਕਿ ਜੀ ਇਹ ਇੱਥੋਂ ਚੱਲਦਾ ਹੈ, ਜੀ ਇਹ ਉੱਥੋਂ ਚੱਲਦਾ, ਇਹ ਇੱਥੋਂ ਚੱਲਦਾ। ਕਦੇ ਕਿਸੇ ਨੇ ਆਪਦੇ ਮੰਤਰੀ ਨੂੰ ਜੇਲ੍ਹ ਭੇਜਿਆ ਸੀ? ਇਹ ਭਗਵੰਤ ਸਿੰਘ ਮਾਨ ਸੀਗਾ ਜਿਹਨੇ ਭੇਜਿਆ। 1 ਮਿੰਟ ਨਹੀਂ ਲਾਇਆ। ਉਹਨੇ ਕਿਹਾ ਪੰਜਾਬ ਨਾਲ ਗੱਦਾਰੀ ਅੰਦਰ। ਉਹਨੇ ਕਿਹਾ ਵੀ ਜੇ ਮੈਂ 1 ਰੁਪਈਆ ਵੀ ਖਾ ਗਿਆ, ਅੱਜ ਤੋਂ ਪਹਿਲਾਂ ਕਦੇ ਮੁੱਖ ਮੰਤਰੀ ਪੰਜਾਬ ਨੇ ਕਦੇ ਉੱਠ ਕੇ ਗੱਲ ਕਹੀ ਮੈਂ 1 ਰੁਪਈਆ ਵੀ ਅਗਰ ਮੈਂ ਖਾ ਗਿਆ 3 ਕਰੋੜ ਲੋਕਾਂ ਦੇ ਮੇਰੇ ਸਲਫਾਸ ਖਾਣ ਦੇ ਬਰਾਬਰ ਹੋਊਗਾ। ਜੇ ਗੱਲ ਕਰਾਂ, ਜੇ ਮੰਤਰੀ ਫੜੇ ਗਏ ਨੇ, ਮੰਤਰੀ ਤੇ ਇਲਜ਼ਾਮ ਕੋਈ ਸਾਬਤ ਨਹੀਂ ਹੋਇਆ, ਉਹ ਅਜੇ ਜਿਹੜਾ ਆਪਣਾ ਰਿਹਾਈ ਤੇ ਨੇ, ਬਾਹਰ ਨੇ, ਉਹਨਾਂ ਦੀ ਜ਼ਮਾਨਤ ਹੋ ਚੁੱਕੀ ਹੈ। ਦੇਖੋ ਅਸੀਂ ਜਸਟਿਸ ਥੋੜਾ ਆ, ਸਰਕਾਰ ਜਸਟਿਸ ਥੋੜਾ ਆ, ਉਹ ਕੰਮ ਜੁਡੀਸ਼ਲੀ ਦਾ ਆ। ਉਹ ਕੱਲ ਨੂੰ ਬਰੀ ਵੀ ਹੋ ਜਾਣ, ਸਾਡਾ ਉਹਦੇ 'ਚ ਨਹੀਂ ਆ।
ਉਹਦੀ ਅਸੀਂ ਥੋੜਾ ਨੂੰ ਸਜ਼ਾ ਹੋਣਾ ਸੀ ਉਹਨਾਂ ਨੂੰ ਸਜ਼ਾ ਕਰਾਉਣ ਲਈ ਅਸੀਂ ਆਪਦਾ ਸਰਕਾਰ ਵਰਤੋਂ ਕਰੂਗਾ। ਸਾਡਾ ਕੰਮ ਸੀਗਾ, ਸਾਨੂੰ ਲੱਗਿਆ ਪਤਾ, ਅਸੀਂ ਉਹਨਾਂ ਨੂੰ ਹਟਾ ਕੇ ਉਹਦੇ ਤੇ ਜਿਹੜੀ ਬਣਦੀ ਕਾਰਵਾਈ ਹੈ ਉਹ ਕੀਤੀ। ਹੁਣ ਕੰਮ ਅੱਗੇ ਜੁਡੀਸ਼ਲੀ ਦਾ ਆ, ਉਹ ਜੁਡੀਸ਼ਲੀ ਦੇਖੂਗੀ ਉਹਨਾਂ ਨੂੰ ਛੱਡਣਾ ਜਾਂ ਨਹੀਂ ਛੱਡਣਾ। ਉਹਦੇ ਤੇ ਮੈਂ ਜਾਂ ਕੋਈ ਵੀ ਨਹੀਂ ਕਿੰਤੂ ਪਰੰਤੂ ਕਰ ਸਕਦਾ। ਚਲੋ ਆਪਾਂ ਉਸੇ ਗੱਲ ਤੇ ਆਈਏ। ਭਗਵੰਤ ਮਾਨ ਦੇ ਜਿਹੜੇ ਤੁਸੀਂ ਸਿਸਟਰ ਕਹਿ ਰਹੇ ਸੀ ਬਣਾਏ ਹੋਏ ਸੀ, ਉਸ ਗੱਲਬਾਤ ਤੇ ਸੀ ਆਪਾਂ। ਹਾਂ, ਮੈਂ ਉਹਦੇ ਤੇ ਕਹਿਣਾ ਚਾਹੁੰਦਾ ਕਿ ਉਹ 3.25 ਕਰੋੜ ਲੋਕਾਂ ਦੇ ਉਹ ਮੁੱਖ ਮੰਤਰੀ ਆ। ਇਕੱਲੇ ਇੱਕ ਨੂੰ ਤਾਂ ਨਹੀਂ ਬੁਲਾ ਕੇ ਘਰੇ ਕਿਸੇ ਨੂੰ ਕਹਿ ਸਕਦੇ ਵੀ ਮੈਂ ਤੈਨੂੰ ਆਹ ਗੱਲ ਕਹੀ ਸੀ ਨੌਕਰੀ ਪੱਕੀ। ਲੇਕਿਨ ਇੰਨਾ ਮੈਨੂੰ ਜ਼ਰੂਰ ਪਤਾ ਆ 5 ਸਾਲ ਬਾਅਦ ਉਹੀ ਭੈਣ ਕਹੂਗੀ ਮੈਨੂੰ ਨੌਕਰੀ ਦੇਣ ਵਾਲਾ ਮੇਰਾ ਭਰਾ ਹੀ ਸੀ। ਪੰਜਾਬ ਦੇ ਮੁਹੱਲਾ ਕਲੀਨਿਕ ਖੁੱਲ ਰਹੇ ਨੇ, ਉਹਨਾਂ ਤੇ ਬੜੀ ਗੱਲਬਾਤ ਉੱਠ ਰਹੀ ਹੈ, ਉਹਨਾਂ ਤੇ ਬੜਾ ਮੁੱਦਾ ਉੱਠ ਰਿਹਾ ਹੈ ਕਿ ਜਿਹੜੇ ਸੇਵਾ ਕੇਂਦਰ ਬਾਦਲ ਸਰਕਾਰ ਵੇਲੇ ਬਣੇ ਸਿਰਫ ਉਹਨਾਂ ਨੂੰ ਚਮਕਾ ਕੇ ਮੁਹੱਲਾ ਕਲੀਨਿਕ ਬਣਾਏ ਜਾ ਰਹੇ ਨੇ। ਬਾਦਲ ਸਰਕਾਰ ਦੇ ਕਿਹੜਾ ਬਾਦਲ ਨੇ ਘਰੋਂ ਪੈਸੇ ਲਾ ਕੇ ਬਣਾਏ ਸੀਗੇ? ਸਾਡੇ ਪੈਸੇ ਹੈ। ਉਹ ਤਾਂ ਕੱਲ੍ਹ ਨੂੰ ਕਹਿਣਗੇ ਸਕੂਲਾਂ ਨੂੰ ਵੀ ਨਾ ਵਧੀਆ ਕਰ ਦਿਓ, ਸਾਰੇ ਸਕੂਲ ਢਾਹ ਕੇ ਨਵੇਂ ਸਕੂਲ ਬਣਾਓ। ਇਹ ਤਾਂ ਬਾਦਲ ਦੇ ਬਣਾਏ ਹੋਏ ਆ, ਇਹ ਤਾਂ ਕੈਪਟਨ ਦੇ ਬਣਾਏ ਹੋਏ ਆ, ਇਹ ਤਾਂ ਕਾਂਗਰਸ ਦੇ ਬਣਾਏ ਹੋਏ ਆ। ਫਿਰ ਤਾਂ ਇਹ ਕੱਲ੍ਹ ਨੂੰ ਕਹਿਣਗੇ ਜੇ ਕਿਤੇ ਸਾਡੇ ਕੇਜਰੀਵਾਲ ਸਾਹਿਬ ਪ੍ਰਧਾਨ ਮੰਤਰੀ ਬਣ ਕੇ ਵੀ ਲਾਲ ਕਿਲ੍ਹਾ ਵੀ ਨਵਾਂ ਹੀ ਬਣਾਓ, ਇਹ ਤਾਂ ਪਹਿਲਾਂ ਤਾਂ ਅੰਗਰੇਜ਼ਾਂ ਦੇ ਟਾਈਮ ਦਾ ਹੀ ਬਣਾਇਆ ਹੋਇਆ ਹੈ। ਐਦਾਂ ਨਹੀਂ ਹੁੰਦਾ। ਸਰਕਾਰ ਦੇ ਪੈਸੇ ਨਾਲ ਕੋਈ ਚੀਜ਼ ਬਣੀ, ਤੁਸੀਂ ਉਹ 'ਚੋਂ ਪੈਸੇ ਖਾ ਕੇ ਉਹਨੂੰ ਖੰਡਰ ਬਣਾਤਾ। ਉੱਥੇ ਪਾਥੀਆਂ ਦੇ ਗੇਰੇ ਪਏ ਆ, ਉੱਥੇ ਲੋਕਾਂ ਨੂੰ ਸੁਵਿਧਾਵਾਂ ਦੀ ਜਗ੍ਹਾ ਉੱਥੇ ਕੋਈ ਹੋਰ ਸੁਵਿਧਾਵਾਂ। ਮੇਰੀਆਂ ਮੁੰਡੇ ਤੁਸੀਂ ਜਿਹੜੀ ਗੱਲ ਕਰਦੇ ਨਸ਼ਾ ਕਰ ਕਰਕੇ ਉੱਥੇ ਬੈਠੇ, ਜੋ ਖਾਲੀ ਥਾਵਾਂ ਨੇ ਤਾਂ ਹੀ ਕਰਦੇ ਨਾ। ਅਸੀਂ ਉਹਨਾਂ ਖਾਲੀ ਥਾਵਾਂ ਨੂੰ ਇਹ ਦੇਖੋ ਅਸੀਂ ਨਵੇਂ ਬਣਾਵਾਂਗੇ, ਉਹਦੇ ਤੇ ਜ਼ਿਆਦਾ ਪੈਸੇ ਖਰਚ ਕਰਨੇ ਪੈਣਗੇ। ਜਿਹੜੀਆਂ ਥਾਵਾਂ ਸਾਡੇ ਕੋਲ ਪਈਆਂ ਨੇ ਅਸੀਂ ਉਹਨੂੰ ਵਰਤੋਂ ਕਿਉਂ ਨਾ ਕਰੀਏ? ਉਹ ਸਾਡੇ ਲੋਕਾਂ ਦੀ ਹੈ, ਅਸੀਂ ਕਰਨੀ ਹੈ ਵਰਤੋਂ ਨਾ। ਤੋ ਇਹ ਤਾਂ ਆਪਦੀ ਜ਼ਮੀਨ ਬਣਾ ਲੈਂਦੇ ਨਾ ਸਾਰਾ ਕੁਝ ਵੀ ਜੋ ਅਸੀਂ ਇੱਦਾਂ ਨਹੀਂ ਹੁੰਦਾ। ਪੰਜਾਬ ਦੀ ਜਗ੍ਹਾ, ਪੰਜਾਬ ਦੇ ਲੋਕਾਂ ਦਾ ਪੈਸਾ, ਉਹਨੂੰ ਖੰਡਰ ਕੀਤਾ। ਅਸੀਂ ਖੰਡਰ ਨੂੰ ਦੁਬਾਰਾ ਸਹੀ ਕਰਕੇ ਸਹੀ ਜਗ੍ਹਾ ਤੇ ਲਿਆ ਕੇ ਖੜੇ ਕਰਾਂਗੇ। ਅਸੀਂ ਅਜੇ 75 ਹੀ ਬਣਾਏ ਹੈ, ਅਜੇ 7500 ਬੰਨੇ ਹੈ। ਬਾਦਲ ਸਾਹਿਬ ਜਿਹੜੇ ਤੁਸੀਂ ਇਹ ਸਵਾਲ ਕਰ ਰਹੇ ਹੋ, ਜੇ 7500 ਬੰਨੇ ਹੈ, ਹੋ ਸਕਦਾ ਤੁਹਾਡੇ ਸੁੱਖ ਵਿਲਾਸ ਤੇ ਵੀ ਬਣ ਜੇ। ਤੇ 4 ਮਹੀਨਿਆਂ ਦੀ ਸਰਕਾਰ ਦੇ ਵਿੱਚ ਜੇ ਗੱਲ ਕਰਾਂ ਸਿੱਧੂ ਮੂਸੇਵਾਲਾ, ਸੰਦੀਪ ਨੰਗਲ ਅਮੀਆਂ, ਸਿੱਧੂ ਮੂਸੇਵਾਲਾ ਕਤਲकांड ਹੋਇਆ, ਕਿਧਰੇ ਨਾ ਕਿਧਰੇ ਸਰਕਾਰ ਤੇ ਸਵਾਲ ਉੱਠੇ ਕਿ ਸਰਕਾਰ ਨੇ ਸਿਕਿਉਰਿਟੀ ਵਾਪਸ ਨਹੀਂ ਲੈਣੀ ਸੀ। ਸਰਕਾਰ ਜੇ ਸਿਕਿਉਰਿਟੀ ਵਾਪਸ ਲੈਣੀ ਸੀ ਤਾਂ ਜਨਤਕ ਨਾ ਕਰਦੀ ਤਾਂ ਸਿੱਧੂ ਮੂਸੇਵਾਲਾ ਜਿਉਂਦਾ ਹੁੰਦਾ। ਉਸ ਤੋਂ ਬਾਅਦ ਐਕਸ਼ਨ ਵੀ ਹੋਇਆ, ਪਰ ਉਸ ਐਕਸ਼ਨ ਤੋਂ ਕਿਧਰੇ ਨਾ ਕਿਧਰੇ ਉਹ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਐਕਸ਼ਨ ਵੀ। ਦੇਖੋ ਉਸ ਬੰਦੇ ਦਾ ਜਾਣਾ ਮੈਨੂੰ ਲੱਗਦਾ ਕਿ ਬਹੁਤ ਵੱਡਾ ਘਾਟਾ ਸੀ। ਇੱਕ ਐਸੀ ਕਲਮ ਦਾ ਚਲਾ ਜਾਣਾ ਜਿਹੜੀ ਕਲਮ ਸੱਚ ਬੋਲਦੀ ਹੋਵੇ। ਬਹੁਤ ਸਾਰੇ ਲੋਕਾਂ ਨੇ ਉਹਨੂੰ ਦੁਨੀਆ ਤੋਂ ਰੁਸਤਕ ਹੋਣ ਤੋਂ ਬਾਅਦ ਹੀ ਸੁਣਿਆ, ਸਮਝਿਆ ਵੀ ਹੋ ਸਕਦਾ ਹੈ। ਸੋ ਉਹਦਾ ਜਾਣਾ ਅੱਜ ਵੀ ਚੀਜ਼ ਹੈ, ਦਿਲ ਦੇ ਅੰਦਰ ਬਹੁਤ ਵੱਡੀ ਚੀਜ਼ ਹੈ। ਜਦ ਵੀ ਕੋਈ ਵੀਡੀਓ ਜਾਂ ਫੋਟੋ ਦੇਖਦੇ ਹਾਂ ਦਿਲ ਨੂੰ ਅੱਜ ਵੀ ਬਹੁਤ ਜ਼ਿਆਦਾ ਹੁੰਦਾ ਹੈ। ਸਾਡੇ ਘਰਾਂ ਦੇ ਵਿੱਚ ਸਾਡੇ ਬੱਚੇ ਆ ਜਿਹੜੇ, ਉਹ ਵੀ ਉਹਨਾਂ ਨੂੰ ਬੜਾ ਸਤਿਕਾਰ ਤੇ ਪਿਆਰ ਕਰਦੇ ਆ। ਪਹਿਲੀ ਗੱਲ ਤਾਂ ਇਹ ਹੈ ਕਿ ਸਿਕਿਉਰਿਟੀ ਵਾਪਸ ਨਹੀਂ ਲਈ ਸੀ। ਇਹ ਬਹੁਤ ਵੱਡਾ, ਇਹਨਾਂ ਲੋਕਾਂ ਨੇ ਲਾਸ਼ਾਂ ਦੇ ਉੱਤੇ ਜਿਹੜੇ ਰਾਜਨੀਤੀ ਕਰਨ ਵਾਲੇ ਲੋਕ ਹੈ, ਇਹਨਾਂ ਨੇ ਉਹਨੂੰ ਵੀ ਨਹੀਂ ਛੱਡਿਆ। ਇਹਨਾਂ ਨੇ ਕਦੇ ਨਹੀਂ ਛੱਡਿਆ। ਇਹ ਗਿਰਜਾ ਨੇ, ਇਹ ਉਹ ਗਿਰਜਾ ਜਿਨ੍ਹਾਂ ਨੇ ਮਰੇ ਹੋਏ ਲੋਕਾਂ ਤੇ ਰਾਜਨੀਤੀ ਕੀਤੀ ਹੈ। ਫਿਰ ਕੀਤੀ ਇਹਨਾਂ ਨੇ ਵੀ ਆਮ ਆਦਮੀ ਪਾਰਟੀ ਨੇ ਸਿਕਿਉਰਿਟੀ ਵਾਪਸ ਨਹੀਂ ਲਈ ਸੀ, ਸਿਕਿਉਰਿਟੀ ਘਟਾਈ ਸੀ। 4 'ਚੋਂ 2 ਕੀਤੇ, ਪਰ ਹੋਣੀ ਸੀ। ਉਹ 4 'ਚੋਂ ਜਿਹੜੇ 2 ਸੀਗੇ ਉਹ ਵੀ ਨਹੀਂ ਉਹ ਨਾਲ ਲੈ ਕੇ ਗਏ। ਸੋ ਇਹਨੂੰ ਵੀ ਦੇਖੋ ਰਾਜਨੀਤੀ ਕਿੱਦਾਂ ਲੈ ਕੇ ਜਾਂਦੇ ਵੀ ਇਹ ਵੀ ਆਮ ਆਦਮੀ ਪਾਰਟੀ ਨੇ ਮਰਵਾਤਾ ਜੀ, ਆਮ ਆਦਮੀ ਪਾਰਟੀ ਨੇ। ਦੇਖੋ ਨਾ ਤੁਹਾਡੇ ਸਾਹਮਣੇ ਆ, 4 'ਚੋਂ 2 ਗਏ ਤੇ 2 ਉਹਨਾਂ ਦੇ ਕੋਲ ਹੈਗੇ ਸੀਗੇ ਤੇ ਉਹ ਨਾਲ ਨਹੀਂ ਲੈ ਕੇ ਗਏ, ਉਹਨਾਂ ਨੂੰ ਵੀ ਨਹੀਂ ਨਾਲ ਲੈ ਕੇ ਗਏ। ਪਰ ਮੈਂ ਕਹਿਣਾ ਵੀ ਉਹ ਘਟਾਈ ਨਾ ਕਿ ਵਾਪਸ ਲਈ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਕੀਤੀਆਂ ਜਾਂਦੀਆਂ ਨੇ, ਰਾਜਨੀਤੀ ਹੈ, ਰਾਜਨੀਤੀ ਕਰਦੇ ਲੋਕ ਹੈ। ਮੈਨੂੰ ਲੱਗਦਾ ਪੰਜਾਬ ਦੇ ਲੋਕਾਂ ਨੂੰ ਭਰੋਸਾ ਆ, ਆਮ ਆਦਮੀ ਪਾਰਟੀ ਤੇ ਭਰੋਸਾ ਆ। ਮੈਂ ਆਪਦੇ ਲੋਕਾਂ ਨੂੰ ਵੀ ਬੇਨਤੀ ਕਰੂੰਗਾ ਕਿ ਮੇਰੇ ਪੰਜਾਬ ਦੇ ਲੋਕੋ, ਇਹਨਾਂ ਨੇ ਪੰਜਾਬ ਨੂੰ ਲੁੱਟਿਆ, ਕੁੱਟਿਆ, ਬਰਬਾਦ ਕਰਤਾ ਔਰ ਇਹਨਾਂ ਨੇ ਉੱਥੇ ਲਿਆ ਕੇ ਖੜਾ ਕਰਤਾ ਸੀਗਾ ਵੀ ਸਾਡਾ ਜਿਉਣਾ ਵੀ ਹੁਣ ਇੱਕ ਸਜ਼ਾ ਵਰਗਾ ਲੱਗ ਰਿਹਾ ਸੀ। ਤੁਸੀਂ 5 ਸਾਲ ਦਿੱਤੇ ਆਮ ਆਦਮੀ ਪਾਰਟੀ ਨੂੰ ਭਰੋਸਾ ਕਰਕੇ, ਔਰ ਇਹਨਾਂ 5 ਸਾਲਾਂ ਦੇ ਵਿੱਚ ਪੰਜਾਬ ਬਣੂਗਾ, ਪੰਜਾਬ ਦੇ ਲੋਕ ਖੁਸ਼ਹਾਲ ਹੋਣਗੇ, ਨੌਜਵਾਨਾਂ ਨੂੰ ਰੁਜ਼ਗਾਰ ਮਿਲੂਗਾ। 5 ਸਾਲ ਜਿਹੜੇ ਤੁਸੀਂ ਦਿੱਤੇ ਹੈ, ਇਹਨਾਂ ਲੋਕਾਂ ਦੀਆਂ ਗੱਲਾਂ 'ਚ ਨਾ ਆਇਓ। ਇਹਨਾਂ ਨੇ ਨੈਰੇਟਿਵ ਸੈੱਟ ਕਰ ਦਿੱਤਾ ਆ, ਨੈਰੇਟਿਵ ਸੈੱਟ ਕਰਤਾ ਕਿਉਂਕਿ ਪੰਜਾਬ ਦੇ ਲੋਕ ਉਹ ਸਰਕਾਰ ਨੂੰ ਬਣਾਤਾ ਜਿਹੜੀ ਕਿਤੇ ਕਦੇ ਬਣੀ ਨਹੀਂ ਸੀ। ਇਹ 2 ਚੱਕਰਾਂ ਦੇ ਵਿੱਚ ਸੀਗੇ, ਤੀਜੀ ਬਣੀ ਹੈ। ਇਹਨਾਂ ਦਾ ਸਾਰਾ ਜ਼ੋਰ ਲੱਗਿਆ ਪਿਆ ਆ ਕਿ ਸਾਨੂੰ ਕਿਵੇਂ ਨਾ ਕਿਵੇਂ ਦਬਾ ਦਈਏ। ਸੋ ਤੁਹਾਡੀ ਸਾਰਿਆਂ ਨੂੰ ਮੈਂ ਬੇਨਤੀ ਕਰੂੰਗਾ, ਪੰਜਾਬ ਦੇ ਲੋਕਾਂ ਨੂੰ
ਕਿ ਆਪਣਾ ਭਰੋਸਾ ਵਿਸ਼ਵਾਸ ਜਿਹੜਾ ਤੁਸੀਂ ਸਾਡੇ ਤੇ ਬਣਾਇਆ ਉਹ ਬਣਿਆ ਰਹਿਣਾ ਚਾਹੀਦਾ। 50 ਸਾਲਾਂ ਬਾਅਦ ਤੁਹਾਨੂੰ ਮਾਣ ਹੋਊਗਾ ਕਿ ਸਰਦਾਰ ਭਗਵੰਤ ਸਿੰਘ ਸਾਡਾ ਮੁੱਖ ਮੰਤਰੀ ਸੀਗਾ। ਬਹੁਤ ਬਹੁਤ ਸ਼ੁਕਰੀਆ ਗੋਲਡੀ ਜੀ। ਤਾਂ ਗੱਲਬਾਤ ਕੀਤੀ ਯਾਦਵਿੰਦਰ ਸਿੰਘ ਗੋਲਡੀ ਦੇ ਨਾਲ ਪੰਜਾਬ ਦੇ ਭਖਦੇ ਮਸਲਿਆਂ ਦੇ ਉੱਤੇ। ਇਸ ਸਮੇਂ ਪੰਜਾਬ ਦੇ ਵਿੱਚ ਕੀ ਗੱਲਬਾਤ ਚੱਲ ਰਹੀ ਹੈ, ਸਾਰੀਆਂ ਗੱਲਾਂ ਬਾਤਾਂ ਕੀਤੀਆਂ ਯਾਦਵਿੰਦਰ ਸਿੰਘ ਗੋਲਡੀ ਹੋਣਾ ਦੇ ਨਾਲ। ਤਾਂ ਬਾਕੀ ਅਪਡੇਟਸ ਦੇ ਲਈ ਜੁੜੇ ਰਹੋ ਔਨ 에ਅਰ ਦੇ ਨਾਲ। ਕੈਮਰਾ ਪਰਸਨ ਨਿਸ਼ਾਨ ਸਿੰਘ ਦੇ ਨਾਲ ਪ੍ਰਵਿੰਦਰ ਸਿੰਘ ਚੱਡਾ, ਔਨ 에ਅਰ।